ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 10 ਦਸੰਬਰ ਨੂੰ 1948 ਵਿੱਚ ਯਾਨੀ ਕਿ ਅੱਜ ਤੋਂ 74 ਸਾਲ ਪਹਿਲਾਂ ਯੂਨਾਈਟਿਡ ਨੇਸ਼ਨ ਨੇ ਇੱਕ ਡੈਕਲੇਰੇਸ਼ਨ ਕੀਤੀ, ਇੱਕ ਚਾਰਟਰ ਅਡਾਪਟ ਕੀਤਾ ਜਿਹਨੂੰ ਹਿਊਮਨ ਰਾਈਟਸ ਦਾ ਚਾਰਟਰ ਕਹਿੰਦੇ ਨੇ, ਜਿਹਦੇ ਵਿੱਚ ਦੋ ਮੇਨ ਗੱਲਾਂ ਸਨ ਕਿ ਜਿਹੜੇ ਹਿਊਮਨ ਰਾਈਟ ਨੇ ਉਹ ਯੂਨੀਵਰਸਲ ਨੇ ਤੇ ਉਹ ਇਨਡਿਵਿਜ਼ੀਬਲ ਨੇ, ਯਾਨੀ ਕਿ ਬਗੈਰ ਕਿਸੇ ਕਾਸਟ, ਕ੍ਰੀਡ, ਰਿਲੀਜਨ ਦੇ ਪ੍ਰਭਾਵ ਤੋਂ ਬਗੈਰ ਯੂਨਾਈਟਿਡ ਨੇਸ਼ਨ ਕਹਿੰਦਾ ਕਿ ਹਿਊਮਨ ਰਾਈਟ ਦੀ ਅਧਿਕਾਰ ਜਿਹੜਾ ਉਹ ਹਰ ਹਿਊਮਨ ਦਾ ਵਿਦਆਊਟ ਐਨੀ ਬਾਇਸ। ਅਤੇ ਨਾਲ ਹੀ ਨਾਲ ਉਹ ਕਹਿੰਦਾ ਕਿ ਹਿਊਮਨ ਰਾਈਟ ਇਨਡਿਵਿਜ਼ੀਬਲ ਨੇ, ਯਾਨੀ ਕਿ ਕਿਸੇ ਨੂੰ ਇੱਕ ਅਧਿਕਾਰ ਦੇ ਕੇ ਉਹਦੇ ਤੋਂ ਦੂਸਰਾ ਅਧਿਕਾਰ ਨਹੀਂ ਖੋਇਆ ਜਾ ਸਕਦਾ। ਅਤੇ ਅੱਜ ਸਿੱਖ ਕੌਮ 2022 ਦੇ ਵਿੱਚ 10 ਦਸੰਬਰ ਵਰਲਡ ਹਿਊਮਨ ਰਾਈਟ ਡੇ ਯਾਨੀ ਕਿ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਦੇ ਦਿਨ ਇਕੱਤਰ ਹੋਈ ਹੈ ਯੂਨਾਈਟਿਡ ਨੇਸ਼ਨ ਜਨੀਵਾ ਦੇ ਬਾਹਰ। ਅਸੀਂ ਨੇਸ਼ਨਸ ਦੀ ਉਸ ਜਗ੍ਹਾ ਦੇ ਬਾਹਰ ਖੜ੍ਹੇ ਹਾਂ ਜਿੱਥੇ 192 ਝੰਡੇ ਉਹਨਾਂ ਦੇਸ਼ਾਂ ਦੇ ਝੁੱਲ ਰਹੇ ਨੇ ਜਿਹੜੇ ਯੂਨਾਈਟਿਡ ਨੇਸ਼ਨਸ ਦੇ ਨਾਲ ਅਟੈਚ ਨੇ, ਪਰ ਇੱਕ ਝੰਡਾ ਅੱਜ ਸਿੱਖਾਂ ਨੇ ਆਪਣਾ ਚਲਾਇਆ, ਖਾਲਿਸਤਾਨ ਦਾ ਝੰਡਾ, ਜੋ ਕਿ ਸਾਡੀ ਆਜ਼ਾਦੀ, ਸਾਡੀ ਸੋਵਰੈਨਿਟੀ, ਸਾਡੀ ਸਿੱਖ ਸਟਰਗਲ ਦਾ ਪ੍ਰਤੀਕ ਹੈ। 2022 ਦੀ ਜੇ ਅਸੀਂ ਗੱਲ ਕਰੀਏ, ਜਿਹੜਾ ਵਰਲਡ ਹਿਊਮਨ ਰਾਈਟ ਡੇ ਹੈ ਉਹਦਾ ਸਲੋਗਨ ਹੈ ਕਿ ਸਭ ਤੋਂ ਪਹਿਲੀ ਗੱਲ ਕਿ ਜਸਟਿਸ, ਫਰੀਡਮ ਅਤੇ ਡਿਗਨਿਟੀ, ਇਹ ਤਿੰਨ ਚੀਜ਼ਾਂ ਦੀ ਗੱਲ ਕਰਦੇ ਨੇ। ਅਤੇ ਅਸੀਂ ਅੱਜ ਯੂਨਾਈਟਿਡ ਨੇਸ਼ਨ ਦੇ ਮੋਹਰੇ ਇੰਟਰਨੈਸ਼ਨਲ ਪ੍ਰੈਸ, ਇੰਟਰਨੈਸ਼ਨਲ ਕਮਿਊਨਿਟੀ ਦੇ ਸਾਹਮਣੇ ਇੱਕ ਸਵਾਲ ਪੁੱਛਣਾ ਚਾਹੁੰਦੇ ਹਾਂ। ਠੀਕ ਹੈ, ਸਾਡੇ ਕੋਲ ਆਪਣਾ ਮੁਲਕ ਨਹੀਂ, ਪਰ ਕੀ ਸਿੱਖਾਂ ਦੀ ਡਿਗਨਿਟੀ ਯਾਨੀ ਕਿ ਆਤਮ ਸਨਮਾਨ ਨਹੀਂ? ਕਿ ਸਿੱਖਾਂ ਦੀ ਆਜ਼ਾਦੀ ਜ਼ਰੂਰੀ ਨਹੀਂ? ਕਿ ਸਿੱਖਾਂ ਦਾ ਇਨਸਾਫ, ਸਿੱਖਾਂ ਲਈ ਇਨਸਾਫ ਜ਼ਰੂਰੀ ਨਹੀਂ? ਸਾਡੇ ਨਾਲ ਹਿੰਦੁਸਤਾਨ ਨੇ ਜੋ ਕੁਛ ਕੀਤਾ, ਸਾਡਾ ਜੈਨੋਸਾਈਡ ਕਰਨਾ, ਦਰਬਾਰ ਸਾਹਿਬ 'ਤੇ ਹਮਲਾ ਕਰਨਾ, ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨਾ ਔਰ ਸਿੱਖ ਬੱਚਿਆਂ ਦੀ, ਨੌਜਵਾਨੀ ਦਾ ਸ਼ਰੇਆਮ ਕਤਲੋਗਾਰਤ ਕਰਨੀ ਕਿੰਨੇ ਸਾਲਾਂ ਤੱਕ। ਅਤੇ ਅੱਜ ਜੇ ਗੱਲ ਕਰੀਏ ਤਾਂ ਇਸੇ ਸਟਰਗਲ ਦਾ ਸਿੰਬਲਿਜ਼ਮ ਕੈਰੀ ਕਰਨ ਵਾਲੇ ਬੰਦੀ ਸਿੰਘ 30 35 ਸਾਲ ਤੋਂ ਜੇਲ੍ਹਾਂ ਦੇ ਵਿੱਚ ਕੈਦ ਨੇ, ਕੇਸ ਭੁਗਤ ਚੁੱਕੇ ਨੇ, ਫਿਰ ਵੀ ਕੈਦ ਨੇ। ਸੋ ਅੱਜ ਉਹਨਾਂ ਦੀ ਆਵਾਜ਼ ਚੁੱਕਣ ਲਈ ਅੱਜ ਅਸੀਂ ਇੱਥੇ ਇਕੱਤਰ ਹੋਏ ਹਾਂ। ਸੋ ਅੱਜ ਸਾਡੇ ਯੂਨਾਈਟਿਡ ਨੇਸ਼ਨ ਦੇ ਬਾਹਰ ਜਿਹੜੇ ਲੋਕ ਇਕੱਤਰ ਹੋ ਰਹੇ ਨੇ, ਹਾਲੇ ਉਸ ਵਿੱਚ ਥੋੜ੍ਹਾ ਸਮਾਂ ਹੈ, ਪਰ ਮੈਂ ਆਪ ਜੀ ਨੂੰ ਦਿਖਾਉਣਾ ਚਾਹੁੰਦਾ ਕਿ ਕੀ ਅਸੀਂ ਚਾਹੁੰਦੇ ਹਾਂ ਕਿ ਲੋਕ ਜਾਣਨ। ਸੋ ਅਸੀਂ ਇੱਕ ਐਗਜ਼ੀਬਿਸ਼ਨ ਜਿਹੜੀ ਹੈ ਸਾਡੇ ਯੂਰਪ ਚੈਪਟਰ ਨੇ ਉਹ ਲੈ ਕੇ ਆਏ ਨੇ ਬੰਦੀ ਸਿੰਘਾਂ ਦੀ। ਉਸ ਐਗਜ਼ੀਬਿਸ਼ਨ ਬਾਰੇ ਜੇ ਅਸੀਂ ਗੱਲ ਕਰੀਏ ਅਤੇ ਉਹਦੇ ਵਿੱਚ ਸਾਡੇ ਸਿੰਘਾਂ ਦੇ ਕੇਸਾਂ ਦੀ ਡਿਟੇਲ ਅਤੇ ਉਹ ਕਿਸ ਦਿਨ ਤੋਂ ਲੈ ਕੇ ਕਿਸ ਦਿਨ ਤੱਕ ਅੱਜ ਤੱਕ ਜੇਲ੍ਹਾਂ ਦੇ ਵਿੱਚ ਨੇ, ਉਹਦੇ ਬਾਰੇ ਅਵੇਅਰਨੈਸ ਕ੍ਰੀਏਟ ਕਰਨ ਵਾਸਤੇ ਜੇ ਅਸੀਂ ਗੱਲ ਕਰੀਏ ਅਤੇ ਇਹ ਜਿਹੜੇ 9 ਸਾਡੇ ਸਿੰਘ ਨੇ, ਇਹ ਜਿਹੜੇ ਕਿ ਇੱਕ ਅਸੀਂ ਜਾਣਦੇ ਹਾਂ ਜਿਨ੍ਹਾਂ ਦੇ ਬੰਦੀ ਸਿੰਘ ਜਾਂ ਪ੍ਰਿਜ਼ਨਰਸ ਆਫ ਕੌਂਸ਼ੀਅੰਸ ਜਾਂ ਪ੍ਰਿਜ਼ਨਰਸ ਆਫ ਵਾਰ। ਸੋ ਇਹਨਾਂ ਦੇ ਬਾਰੇ ਅਵੇਅਰਨੈਸ ਰੇਜ਼ ਕਰਨ ਲਈ ਅਸੀਂ ਇੱਥੇ ਜਿਹੜਾ ਉਹ ਐਗਜ਼ੀਬਿਸ਼ਨ ਲਾਈ ਹੈ। ਨਾਲ ਹੀ ਨਾਲ ਜਿਹੜਾ ਸਾਡਾ ਸਿੱਖ ਜੈਨੋਸਾਈਡ ਦਾ ਮਸਲਾ ਹੈ, ਸਿੱਖ ਨਸਲਕੁਸ਼ੀ ਦਾ, ਉਹਦੇ ਬਾਰੇ ਜਿਹੜੀ ਉਹ ਐਗਜ਼ੀਬਿਸ਼ਨ ਲੱਗੀ ਹੋਈ ਹੈ। ਸੋ ਅਸੀਂ ਤੁਹਾਡੇ ਨਾਲ ਹੋਰ ਵੀ ਜਿਹੜੀ ਜਾਣਕਾਰੀ ਜਿਹੜੀ ਹੈ ਸਾਂਝੀ ਕਰਾਂਗੇ ਆਉਣ ਵਾਲੇ ਸਮੇਂ 'ਚ। ਪਰ ਕਿਉਂ ਜ਼ਰੂਰੀ ਹੈ ਜਨੀਵਾ ਦੇ ਵਿੱਚ ਇਸ ਐਗਜ਼ੀਬਿਸ਼ਨ ਨੂੰ ਲਾਉਣਾ ਅਤੇ ਇਸ ਫਰੀਡਮ ਰੈਲੀ ਨੂੰ ਕਰਨਾ? ਕਿਉਂਕਿ ਇਸ ਨੂੰ ਵਰਲਡ ਦਾ ਪੋਲੀਟੀਕਲ ਐਪੀਸੈਂਟਰ ਕਿਹਾ ਜਾਂਦਾ ਹੈ, ਜਿੱਥੇ 192 ਮੁਲਕਾਂ ਦੇ ਅੰਬੈਸਡਰ ਆਉਂਦੇ ਨੇ, ਉਹਨਾਂ ਦੇ ਪ੍ਰਤੀਨਿਧੀ ਆਉਂਦੇ ਨੇ, ਉਹਨਾਂ ਨੂੰ ਰੀਪ੍ਰਜੈਂਟ ਕਰਨ ਵਾਲੇ ਆਉਂਦੇ ਨੇ। ਅਤੇ ਅਸੀਂ ਇੱਕ ਗੱਲ ਕਲੀਅਰ ਕਰਨਾ ਚਾਹੁੰਦੇ ਹਾਂ ਅਤੇ ਦੱਸਣਾ ਚਾਹੁੰਦੇ ਹਾਂ, ਇੰਡੀਆ ਨੂੰ ਇਹ ਦਿਖਾਉਣਾ ਚਾਹੁੰਦੇ ਹਾਂ ਕਿ ਇੰਡੀਆ ਜਿਹੜਾ ਆਪਣੇ ਪਾਪ ਲਈ ਆਪ ਜ਼ਿੰਮੇਵਾਰ ਹੈ ਅਤੇ ਉਸ ਨੂੰ ਅਕਾਊਂਟੇਬਲ ਠਹਿਰਾਉਣਾ ਇੰਟਰਨੈਸ਼ਨਲ ਕਮਿਊਨਿਟੀ ਦਾ ਨਾ ਹੀ ਕੇਵਲ ਰਾਈਟ ਹੈ ਬਲਕਿ ਉਹਨਾਂ ਦਾ ਫਰਜ਼ ਹੈ। ਜੇ ਖਾਸ ਕਰਕੇ ਯੂਨਾਈਟਿਡ ਨੇਸ਼ਨ ਦੀ ਗੱਲ ਕਰੀਏ ਜੋ ਆਪਣੇ ਆਪ ਨੂੰ ਹਿਊਮਨ ਰਾਈਟ ਦਾ ਗਾਰਡੀਅਨ ਕਹਿੰਦਾ ਹੈ, ਅਤੇ ਉਸ ਨੂੰ ਉਹ ਰੋਲ ਨਿਭਾਉਣਾ ਪਏਗਾ। ਇਸੇ ਲਈ ਅੱਜ ਸਿੱਖਾਂ ਦੀ ਜਿਹੜੀ ਇੱਥੇ ਇਕੱਤਰਤਾ ਜਿਹੜੀ ਹੈ ਉਹ ਹੋਣ ਜਾ ਰਹੀ ਹੈ। ਸੋ ਆਓ ਬਾਅਦ ਵਿੱਚੋਂ ਅਗਲੀ ਵੀਡੀਓ ਦੇ ਵਿੱਚ ਹੋਰ ਡਿਟੇਲ ਵੀ ਸਾਂਝੀ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਦੂਜੀ ਸੰਸਾਰ ਜੰਗ ਤੋਂ ਬਾਅਦ ਹੋਂਦ ਵਿੱਚ ਆਈ ਯੂਨਾਈਟਿਡ ਨੇਸ਼ਨ ਦੀ ਨਾਂ ਦੀ ਸੰਸਥਾ ਵੱਲੋਂ 10 ਦਸੰਬਰ 1948 ਦੇ ਵਿੱਚ ਇੱਕ ਮਨੁੱਖੀ ਅਧਿਕਾਰਾਂ ਦਾ ਜੋ ਚਾਰਟਰ ਬਣਾਇਆ ਗਿਆ ਸੀ, ਉਸ ਚਾਰਟਰ ਦੇ ਵਿੱਚ ਇਹ ਲਿਖਿਆ ਗਿਆ ਸੀ ਕਿ ਮਨੁੱਖਤਾ ਦੀ ਆਜ਼ਾਦੀ ਦੀ ਗੱਲ, ਜਾਤੀ ਭੇਦ ਭਾਵ ਦੀ ਆਜ਼ਾਦੀ ਦੀ ਗੱਲ, ਮਨੁੱਖਤਾ ਦੀ ਆਜ਼ਾਦੀ ਦੀ ਗੱਲ, ਜਿਸ ਵਿੱਚ
ਸਾਰੇ ਦੇਸ਼ਾਂ ਨੇ ਆਪਣੇ ਦਸਤਖਤ ਕੀਤੇ ਸਨ, ਪਰ ਅੱਜ ਜੋ ਯੂਨਾਈਟਿਡ ਨੇਸ਼ਨ ਦੇ ਵਿੱਚ ਅੱਜ ਮਨੁੱਖੀ ਅਧਿਕਾਰਾਂ ਦੇ ਨਾਂ ਦੇ ਉੱਤੇ ਜੋ ਦਿਵਸ ਮਨਾਇਆ ਜਾ ਰਿਹਾ ਹੈ, ਇਸ ਮਨੁੱਖੀ ਅਧਿਕਾਰਾਂ ਦੇ ਦਿਵਸ ਦੇ ਉੱਤੇ ਜੋ ਹਿੰਦੂ ਤਵੀ ਭਾਰਤ ਦੀ ਹਕੂਮਤ ਵੱਲੋਂ ਉੱਥੇ ਘੱਟ ਗਿਣਤੀਆਂ ਤੇ ਖਾਸ ਕਰਕੇ ਸਿੱਖਾਂ ਉੱਤੇ, ਕਸ਼ਮੀਰੀਆਂ ਉੱਤੇ ਜੋ ਜ਼ੁਲਮ ਢਾਏ ਜਾ ਰਹੇ ਹਨ, ਅੱਜ ਜੋ ਸਿੱਖ ਕੌਮ ਦੇ ਵੱਖ-ਵੱਖ ਦੇਸ਼ਾਂ ਵਿੱਚੋਂ ਇੰਗਲੈਂਡ, ਫਰਾਂਸ, ਜਰਮਨੀ, ਬੈਲਜੀਅਮ ਤੋਂ ਜੋ ਨੁਮਾਇੰਦੇ ਅੱਜ ਦੇ ਦਿਨ ਇਹ ਸੰਕੇਤਕ ਜੋ ਪ੍ਰੋਟੈਸਟ ਇਨਸਾਫ ਰੈਲੀ ਦੇ ਨਾਂ ਉੱਤੇ ਅੱਜ ਇਸ ਯੂਨਾਈਟਿਡ ਨੇਸ਼ਨ ਦੇ ਆਫਿਸ ਦੇ ਸਾਹਮਣੇ ਆਪਣਾ ਸੰਕੇਤਕ ਜੋ ਮੁਜ਼ਾਹਰਾ ਕਰ ਰਹੇ ਹਨ, ਉਸ ਦੇ ਨਾਲ ਹੀ ਜੋ ਹਿੰਦੂ ਤਵੀ ਉਸ ਭਾਰਤ ਦੀ ਮੋਦੀ ਸਰਕਾਰ ਵੱਲੋਂ ਜੋ ਸਿੱਖ ਕੌਮ ਦੇ ਉੱਤੇ ਢਾਏ ਜ਼ੁਲਮ ਅਤੇ ਜੋ ਮਨੁੱਖੀ ਅਧਿਕਾਰਾਂ ਦੀ ਉੱਥੇ ਹੋ ਰਹੀ ਉਲੰਘਣਾ, ਉਸ ਉਲੰਘਣਾ ਦੇ ਵਿੱਚ ਜੋ ਸਿੱਖ ਕੌਮ ਦੇ ਰਾਜਸੀ ਕੈਦੀ ਜੋ ਉੱਥੋਂ ਦੀ ਨਿਆਂ ਪ੍ਰਣਾਲੀ ਵੱਲੋਂ ਜੋ ਆਪਣੇ ਆਪ ਨੂੰ ਆਜ਼ਾਦ ਸਮਝਦੀ ਹੈ, ਉਸ ਵੱਲੋਂ ਦਿੱਤੀਆਂ ਹੋਈਆਂ ਸਜ਼ਾਵਾਂ ਤੋਂ ਦੁੱਗਣੀਆਂ ਸਜ਼ਾਵਾਂ ਕੱਟ ਚੁੱਕੇ ਉਹਨਾਂ ਰਾਜਸੀ ਸਿੱਖ ਕੈਦੀਆਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਅੱਜ ਰਾਜਸੀ ਸਿੱਖ ਕੈਦੀਆਂ ਦੀ ਰਿਹਾਈ ਲਈ ਤੇ ਜੋ ਉੱਥੇ ਘੱਟ ਗਿਣਤੀਆਂ ਤੇ ਹੋ ਰਹੇ ਜ਼ੁਲਮ ਤੇ ਇਸ ਹਿਊਮਨ ਰਾਈਟਸ ਦੇ ਚਾਰਟਰ ਦੇ ਅਨੁਸਾਰ ਜਿਹੜੀਆਂ ਕੌਮਾਂ ਆਪਣੇ ਖਿੱਤੇ ਦੇ ਤੌਰ ਤੇ ਆਪਣੀ ਬੋਲੀ ਦੇ ਆਧਾਰ ਤੇ ਜੋ ਆਪਣੀ ਇਹ ਸ਼ਰਤਾਂ ਪੂਰੀਆਂ ਕਰਦੀਆਂ ਹਨ, ਉਹਨਾਂ ਨੂੰ ਆਪਣੀ ਆਜ਼ਾਦੀ ਦਾ ਮਾਨਣ ਦਾ ਪੂਰਾ ਹੱਕ ਹੈ ਤੇ ਸਿੱਖ ਕੌਮ ਆਪਣੀ ਆਜ਼ਾਦੀ ਦੀ ਜੋ ਜਦੋਜਹਿਦ ਕਰ ਰਹੀ ਹੈ। ਸਤਿ ਸ੍ਰੀ ਅਕਾਲ, ਜਿੰਦਾਬਾਦ ਜਿੰਦਾਬਾਦ। ਜੋ ਆਜ਼ਾਦੀ ਦੀ ਲਹਿਰ ਚੱਲ ਰਹੀ ਹੈ, ਬੇਸ਼ੱਕ ਅੱਜ ਵਕਤੀ ਤੌਰ ਤੇ ਉਸ ਹਿੰਦੂ ਤਵੀ ਭਾਰਤੀ ਹਕੂਮਤ ਨੇ ਇਸ ਲਹਿਰ ਨੂੰ ਹਰ ਹੀਲਾ ਵਰਤ ਕੇ ਦਬਾਉਣ ਦੀ, ਕੁਚਲਣ ਦੀ ਕੋਸ਼ਿਸ਼ ਕੀਤੀ ਹੈ, ਪਰ ਜੋ ਗੁਰੂ ਗ੍ਰੰਥ ਅਤੇ ਪੰਥ ਨੂੰ ਮੰਨਣ ਵਾਲੇ ਆਪਣੀ ਜ਼ਮੀਰ ਦੇ ਅਨੁਸਾਰ ਆਪਣੀ ਆਜ਼ਾਦੀ ਲਈ ਜੂਝ ਰਹੇ ਹਨ ਤੇ ਉਹ ਅੰਤਲੇ ਸਵਾਸਾਂ ਤੱਕ, ਜਦੋਂ ਤੱਕ ਸਿੱਖ ਕੌਮ ਦਾ ਆਜ਼ਾਦ ਘਰ ਖਾਲਿਸਤਾਨ ਨਹੀਂ ਬਣ ਜਾਂਦਾ, ਉਹ ਜੂਝਦੇ ਰਹਿਣਗੇ। ਸਤਿ ਸ੍ਰੀ ਅਕਾਲ। ਤੇ ਜੋ ਭਾਰਤੀ ਹਕੂਮਤ ਵੱਲੋਂ ਸਿੱਖਾਂ ਦੇ ਨਾਲ ਜੋ ਅਨਿਆਂ ਹੋ ਰਿਹਾ ਤੇ ਜੋ ਬੰਦੀ ਸਿੰਘਾਂ ਦੀ ਰਿਹਾਈ, ਅੱਜ ਅਸੀਂ ਉਸ ਬੰਦੀ ਸਿੰਘਾਂ ਦੀਆਂ ਜੋ ਡਿਟੇਲ ਤੇ ਤਸਵੀਰਾਂ ਲਾ ਕੇ ਅੱਜ ਆਪਣਾ ਇਸ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਕਹਾਉਣ ਵਾਲੀ ਸੰਸਥਾ ਦੇ ਸਾਹਮਣੇ ਆਵਾਜ਼ ਉਠਾ ਰਹੇ ਹਾਂ, ਕਿਉਂਕਿ ਉਸ ਹਿੰਦੂ ਤਵੀ ਭਾਰਤ ਦੀ ਫਾਸੀਵਾਦੀ ਹਕੂਮਤ ਦਾ ਚਿਹਰਾ ਵੀ ਨੰਗਾ ਕਰ ਰਹੇ ਹਾਂ, ਕਿਉਂਕਿ ਉਸ ਭਾਰਤੀ ਹਕੂਮਤ
जो हिंदू तवी 997 साल गुलाम रहने वाली कौम ने जो आज़ादी मिलदियां ही सिखां दे नाल जो न्याय हो रहा है उस विच जो तस्वीरां दी जवानी कि किस तरह एक पासे बंदी सिंह जो 28 30 32 साल दियां जेलां कट चुके हैं ते दूजे पासे उस हिंदू तवियां दा चेहरा प्रज्ञा ठाकर कैप्टन रोहित असीमानंद वर्गे जो समझौता एक्सप्रैस दे विच बम ब्लास्ट करके 68 मुसलमानां दा कतलेआम करन वाले नूं रिहा करना इंडिया टेररिस्ट इंडिया टेररिस्ट ते जिस तरीके नाल गोधरा कांड दा दोषी मोदी ते आ पिछले दिनां दे विच जो इस मोदी दी फाशीवादी हुकूमत वल्लों बिलकिस बानो जिस दे नाल समूहिक बलात्कार ਅਤੇ ਉਹਦੇ ਘਰ ਦੇ 11 ਜੀਆਂ ਨੂੰ ਇਸ ਹਿੰਦੂ ਤਵੀ ਅੱਤਵਾਦੀਆਂ ਵੱਲੋਂ ਕਤਲੇਆਮ ਕੀਤਾ ਗਿਆ ਤੇ ਉਸ ਨੂੰ ਪਿਛਲੇ 15 ਅਗਸਤ ਤੇ ਰਿਹਾ ਕੀਤਾ ਗਿਆ। ਪਰ ਇਸ ਮੋਦੀ ਹਕੂਮਤ ਜੋ ਅੱਜ ਇਸ ਚਾਰਟਰ ਦੇ ਉੱਤੇ ਜਿਸ ਨੇ ਦਸਤਖਤ ਕੀਤੇ ਹਨ ਅਸੀਂ ਅੱਜ ਇਸ ਸੰਯੁਕਤ ਰਾਸ਼ਟਰ ਦੇ ਆਫਿਸ ਦੇ ਸਾਹਮਣੇ ਅੱਜ ਇਹਨਾਂ ਨੂੰ ਵੀ ਇਹ ਗੁਹਾਰ ਲਾਉਣ ਆਏ ਹਾਂ ਕਿ ਉਹਨਾਂ ਨੂੰ ਜੋ ਸਿੱਖਾਂ ਦਾ ਕਤਲੇਆਮ ਜੋ ਕਸ਼ਮੀਰੀਆਂ ਦਾ ਕਤਲੇਆਮ ਨਾਗਿਆਂ ਦਾ ਕਤਲੇਆਮ ਹੋ ਰਿਹਾ ਉੱਥੇ ਉਸ ਲਈ ਜਵਾਬਦੇਹ ਬਣਾਇਆ ਜਾਵੇ। ਪਿਛਲੇ ਦਿਨਾਂ ਦੇ ਵਿੱਚ ਜੋ ਜਰਮਨ ਹਾਲੈਂਡ ਤੇ ਯੂਰਪ ਦੇ ਹੋਰ ਦੇਸ਼ਾਂ ਨੇ ਜੋ ਭਾਰਤ ਦੇ ਵਿੱਚ ਜੋ ਹੋ ਰਹੀ ਉੱਥੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਆਵਾਜ਼ ਇਸ ਯੂਨਾਈਟਿਡ ਨੇਸ਼ਨ ਵਿੱਚ ਉਠਾਈ ਸੀ। ਅੱਜ ਲੋੜ ਹੈ ਅਸੀਂ ਇਕੱਠੇ ਹੋ ਕੇ ਇਸ ਆਵਾਜ਼ ਨੂੰ ਹੋਰ ਬੁਲੰਦ ਕਰਾਂਗੇ ਤੇ ਅੰਤਲੇ ਸਵਾਸਾਂ ਤੱਕ ਜਦੋਂ ਤੱਕ ਸਿੱਖ ਕੌਮ ਦਾ ਆਜ਼ਾਦ ਘਰ ਖਾਲਿਸਤਾਨ ਨਹੀਂ ਬਣ ਜਾਂਦਾ ਅਸੀਂ ਆਪਣੀ ਉਸ ਲੜਾਈ ਨੂੰ ਜਾਰੀ ਰੱਖਾਂਗੇ। ਸਾਡੀ ਸਿੱਖ ਕੌਮ ਦੇ ਉਸ ਦੂਰ ਅੰਦੇਸ਼ ਸੂਰਵੀਰ ਯੋਧੇ ਭਾਈ ਜਗਤਾਰ ਸਿੰਘ ਜੀ ਹਵਾਰਾ ਦੇ ਦਿਸ਼ਾ ਖਾਲਿਸਤਾਨ 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 पेरा देंगे ठोक के पेरा देंगे ठोक के जिंदाबाद जिंदाबाद। जो जो जथेदार भाई जगतार सिंह जी हवारा दे दिशा निर्देशों ते होंद विच आई वर्ल्ड सिख पार्लीमेंट वालों ਵੱਖ-ਵੱਖ देशों दे विच इन्हां बंदी ਸਿੰਘਾਂ ਦੀ रिहाई ਦੀ आवाज़ उठाई जा रही है। पिछले समय ਦੇ ਵਿੱਚ अमेरिका ਦੇ ਵਿੱਚ ਹਾਲੈਂਡ ਦੇ ਵਿੱਚ ਜਰਮਨ ਦੇ ਵਿੱਚ ਤੇ ਅੱਜ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਦੇ ਉੱਤੇ ਅੱਜ ਸੰਯੁਕਤ ਰਾਸ਼ਟਰ ਦੇ ਦਫ਼ਤਰ ਦੇ ਸਾਹਮਣੇ ਆਵਾਜ਼ ਉਠਾਈ ਜਾ ਰਹੀ ਹੈ ਅਤੇ ਇਹ ਆਵਾਜ਼ ਇਸੇ ਤਰ੍ਹਾਂ ਗੂੰਜਦੀ ਰਹੇਗੀ ਜਦੋਂ ਤੱਕ ਸਿੱਖ ਕੌਮ ਦਾ ਆਜ਼ਾਦ ਘਰ ਖਾਲਿਸਤਾਨ ਬਣ ਨਹੀਂ ਜਾਂਦਾ। ਤੇ ਦੂਸਰੀ ਕਿ ਜੋ ਵੀ ਅੱਜ ਦੇਸ਼ ਪੰਜਾਬ ਦੀ ਉਸ ਪਵਿੱਤਰ ਖਾਲਿਸਤਾਨ ਦੀ ਧਰਤੀ ਦੇ ਉੱਤੇ ਜੋ ਖਾਲਿਸਤਾਨ ਲਈ ਜੂਝਦਿਆਂ ਹੋਇਆਂ ਆਪਣੇ ਆਖਰੀ ਕਤਰੇ ਦਾ ਕਤਰਾ ਬਹਾ ਗਏ ਉਹਨਾਂ ਸੂਰਵੀਰ ਯੋਧਿਆਂ ਨੂੰ ਅਸੀਂ ਸ਼ਰਧਾ ਦੇ ਫੁੱਲ ਜਿੱਥੇ ਅਰਪਣ ਕਰਦੇ ਹਾਂ ਉੱਥੇ ਉਹਨਾਂ ਮਹਾਨ ਸ਼ਹੀਦਾਂ ਦੇ ਉਸ ਪਵਿੱਤਰ ਸੁਪਨੇ ਖਾਲਿਸਤਾਨ ਦੇ ਲਈ ਅਸੀਂ ਪ੍ਰਣ ਕਰਦੇ ਹਾਂ
ਤੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਇਸ ਸੰਯੁਕਤ ਰਾਸ਼ਟਰ ਦੀ ਧਰਤੀ ਦੇ ਉੱਤੇ ਪ੍ਰਣ ਹੈ ਕਿ ਜਿੰਨੇ ਵੀ ਸਾਨੂੰ ਸਵਾਸ ਬਖਸ਼ੇ ਹਨ ਇਹ ਉਹਨਾਂ ਦੀ ਸੋਚ ਖਾਲਿਸਤਾਨ ਲਈ ਜੂਝਦਿਆਂ ਹੋਇਆਂ ਹੀ ਪੂਰੇ ਹੋਣ। खालिस्तान ਜਿੰਦਾਬਾਦ बन के रहेगा, ਖਾਲਿਸਤਾਨ बन के रहेगा, ਖਾਲਿਸਤਾਨ लेके रहेंगे, ਖਾਲਿਸਤਾਨ लेके रहेंगे, ਖਾਲਿਸਤਾਨ खालिस्तान ਜਿੰਦਾਬਾਦ। ਉਸ ਖਾਲਿਸਤਾਨ ਦੀ ਪਵਿੱਤਰ ਧਰਤੀ ਦੇ ਉੱਤੇ ਜੋ ਵੀ ਸਿੱਖ ਸੰਸਥਾਵਾਂ ਜੋ ਸਿੱਖ ਕੌਮ ਦੇ ਉਹਨਾਂ ਹੱਕਾਂ ਹਿੱਤਾਂ ਦੀ ਖਾਤਰ ਜੋ ਉਸ ਸਿੱਖ ਕੌਮ ਦੀ ਆਜ਼ਾਦੀ ਦੇ ਸਿਪਾਹ ਸਲਾਰ ਜਿਨ੍ਹਾਂ ਨੇ ਲੰਮਾ ਚਿਰ ਸਿੱਖ ਕੌਮ ਦੀ ਆਜ਼ਾਦੀ ਲਈ ਸਲਾਖਾਂ ਪਿੱਛੇ ਤੇ ਜਦੋਂ ਮੈਦਾਨੇ ਜੰਗ ਦੇ ਵਿੱਚ ਜੂਝਦਿਆਂ ਹੋਇਆਂ ਹਥਿਆਰਬੰਦ ਸੰਘਰਸ਼ ਲੜਿਆ, ਅੱਜ ਉਹ ਵਿਚਾਰਕ ਤੌਰ ਦੇ ਉੱਤੇ ਉਸ ਖਾਲਿਸਤਾਨ ਦੀ ਲੜਾਈ ਲਈ ਜੂਝ ਰਹੇ ਹਨ। ਜੇ ਸਿੱਖਾਂ ਦੇ ਅੰਦਰੂਨੀ ਮਸਲੇ ਚਾਹੇ ਉਹ ਅਕਾਲ ਤਖਤ ਸਾਹਿਬ ਦੀ ਸੁਪਰ ਆਜ਼ਾਦੀ ਲਈ ਜਾਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖਾਂ ਦੀ ਰਾਜਸੀ ਜੋ ਵਿਹਾ ਚੁੱਕੀ ਅਕਾਲੀ ਦਲ ਅਤੇ ਖਾਲਿਸਤਾਨ ਦੇ ਸੰਘਰਸ਼ ਨੂੰ ਲੈ ਕੇ ਤੁਰੇ ਹੋਏ ਹਨ, ਅਸੀਂ ਉਹਨਾਂ ਨਾਲ ਵਾਅਦਾ ਕਰਦੇ ਹਾਂ ਕਿ ਉਹ ਜਿੰਨਾ ਚਿਰ ਸਿੱਖ ਕੌਮ ਦੇ ਆਜ਼ਾਦ ਕਰ ਲਈ ਆਪਣੇ ਉਸ ਸੰਘਰਸ਼ ਨੂੰ ਅੱਗੇ ਤੋਰਨਗੇ, ਅਸੀਂ ਉਹਨਾਂ ਦਾ ਪੂਰਨ ਸਮਰਥਨ ਕਰਾਂਗੇ। ਜੋ ਵੀ ਉੱਥੇ ਖਾਲਿਸਤਾਨ ਦੀ ਆਜ਼ਾਦੀ ਲਈ ਸੰਘਰਸ਼ ਕਰ ਰਹੀਆਂ ਸੰਸਥਾਵਾਂ ਹਨ, ਬੋਲੇ ਸੋ ਨਿਹਾਲ। ਖਾਲਿਸਤਾਨ ਖਾਲਿਸਤਾਨ ਬਣ ਕੇ ਰਹੇਗਾ, ਬਣ ਕੇ ਰਹੇਗਾ, ਲੈ ਕੇ ਰਹਾਂਗੇ ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਯੂਨਾਈਟਿਡ ਨੇਸ਼ਨਸ ਦੇ ਸਾਹਮਣੇ ਜੋ ਇਹ ਭਾਰੀ ਇਕੱਠ ਆਪ ਜੀ ਦੇਖ ਰਹੇ ਹੋ, ਇਹ ਵਰਲਡ ਸਿੱਖ ਪਾਰਲੀਮੈਂਟ ਦੇ ਬੈਨਰ ਹੇਠ ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ ਪਿਛਲੇ ਕਾਫੀ ਸਮੇਂ ਤੋਂ ਜੋ ਭਾਰਤੀ ਏਜੰਸੀਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਜੋ ਕਿ ਲਗਾਤਾਰ ਜਾਰੀ ਹੈ, ਉਸ ਨੂੰ ਠੱਲ ਪਾਉਣ ਦੇ ਵਾਸਤੇ ਯੂਨਾਈਟਿਡ ਨੇਸ਼ਨ ਦੇ ਸਾਹਮਣੇ ਅਸੀਂ ਇਕੱਠੇ ਹੋਏ ਹਾਂ। ਕਿਸੇ ਵਿਦਵਾਨ ਨੇ ਕਿਹਾ ਹੈ, ਜੋ ਕੱਲ ਥੇ वो आज नहीं हैं, जो आज हैं वो कल नहीं होंगे। ये होना या ना होना ये कर्मों का सिद्धांत है, पर हम हैं, हम रहेंगे, ये भरम भी सदा पलता रहेगा। साडे मौजूदा समय ਦੀਆਂ ਸਰਕਾਰਾਂ ਤੋਂ ਪਹਿਲਾਂ ਇਸ ਦੇਸ਼ ਦੇ ਉੱਤੇ ਜਿਹੜੇ ਹੁਕਮਰਾਨ ਆਏ, ਅੱਜ ਉਹਨਾਂ ਨੂੰ ਸਿਰਫ ਕਿਤਾਬਾਂ ਵਿੱਚ ਪੜ੍ਹਿਆ ਜਾ ਸਕਦਾ ਹੈ। ਉਸ ਤੋਂ ਬਾਅਦ ਅੰਗਰੇਜ਼ ਹਕੂਮਤ ਆਈ, उसने भी ਉਹੀ ਰਸਤਾ ਅਪਣਾਇਆ ਜਿਹੜਾ ਮੁਗਲਿਆ ਸਾਮਰਾਜ ਦਾ ਸੀ। ਆਖਰਕਾਰ ਉਹਨਾਂ ਨੂੰ ਵੀ ਇਸ ਸੰਸਾਰ ਤੋਂ, ਹਿੰਦੁਸਤਾਨ ਦੀ ਧਰਤੀ ਤੋਂ ਭੱਜਣਾ ਪਿਆ। ਔਰ ਜੋ ਮੌਜੂਦਾ ਸਮੇਂ ਦੀ ਸਰਕਾਰ ਹੈ, ਇਸ ਦੇ ਬਾਰੇ ਸਾਨੂੰ ਬੜਾ ਦੁੱਖ ਹੈ। ਦੁੱਖ ਇਸ ਗੱਲ ਦਾ ਹੈ ਕਿ ਇਹਨਾਂ ਨੂੰ ਇਹ ਰਾਜ ਭਾਗ ਦੀ ਗੱਦੀ ਤੇ ਬਿਠਾਉਣ ਵਾਲੇ ਉਹ ਸਿੱਖ ਸਨ। ਸਿੱਖਾਂ ਨੇ ਆਪਣੀ ਜਾਨੀ ਅਤੇ ਮਾਲੀ
ਬਹੁਤ ਵੱਡੀ ਨੁਕਸਾਨ ਕਰਵਾ ਕੇ ਇਸ ਦੇਸ਼ ਨੂੰ ਆਜ਼ਾਦ ਕਰਵਾਇਆ। ਪਰ ਇਸ ਦੇਸ਼ ਦੇ ਹੁਕਮਰਾਨਾਂ ਨੇ ਉਹੀ ਰਸਤਾ ਅਪਣਾਇਆ ਹੈ ਜਿਹੜੀਆਂ ਪਹਿਲੀਆਂ ਸਰਕਾਰਾਂ ਅਪਣਾਉਂਦੀਆਂ ਰਹੀਆਂ ਨੇ, ਔਰ ਅਸੀਂ ਗੁਲਾਮ ਹਾਂ। ਗੁਲਾਮੀ ਦਾ ਪੱਟਾ ਆਪਣੇ ਗਲੋਂ ਲਾਉਣਾ ਹੈ, ਆਜ਼ਾਦ ਗੌਰਵਮਈ ਘਰ ਬਣਾਉਣਾ ਹੈ। ਇਹ ਸਾਡਾ ਨਿਸ਼ਾਨਾ ਹੈ। ਇਸ ਨਿਸ਼ਾਨੇ ਦੀ ਪ੍ਰਾਪਤੀ ਵਾਸਤੇ ਅੱਜ ਬੇਸ਼ੱਕ ਇੱਥੇ ਮਾਈਨਸ ਟੈਂਪਰੇਚਰ ਹੈ, ਬਰਫ਼ਬਾਰੀ ਹੋ ਰਹੀ ਹੈ, ਪਰ ਸਿੱਖਾਂ ਨੇ ਯੂਰਪ ਦੇ ਵੱਖ-ਵੱਖ ਦੇਸ਼ਾਂ ਤੋਂ ਇੱਥੇ ਸ਼ਮੂਲੀਅਤ ਕੀਤੀ ਹੈ। ਇਹ ਸ਼ਮੂਲੀਅਤ ਦੱਸਦੀ ਹੈ ਕਿ ਸਿੱਖ ਆਪਣਾ ਘਰ ਆਜ਼ਾਦ ਗੌਰਵਮਈ ਘਰ ਖਾਲਿਸਤਾਨ ਦੇਖਣਾ ਚਾਹੁੰਦੇ ਨੇ। ਔਰ ਅੱਜ ਦਾ ਜੋ ਦਿਨ ਹੈ ਬੜਾ ਇੰਪੋਰਟੈਂਟ ਦਿਨ ਹੈ। ਇਹ ਪੂਰੀ ਦੁਨੀਆ ਦੇ ਵਿੱਚ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਮਨਾਇਆ ਜਾ ਰਿਹਾ ਹੈ। ਔਰ ਇਸ ਅੱਜ ਦੇ ਦਿਨ ਜੋ ਯੂਨਾਈਟਿਡ ਨੇਸ਼ਨ ਨੇ ਸਲੋਗਨ ਦਿੱਤਾ ਹੈ ਕਿ ਡਿਗਨਿਟੀ, ਫਰੀडम ਐਂਡ ਜਸਟਿਸ, ਅਸੀਂ ਉਸ ਦੀ ਪ੍ਰਾਪਤੀ ਵਾਸਤੇ ਪਿਛਲੇ 40 ਸਾਲਾਂ ਤੋਂ ਲੱਗੇ ਹੋਏ ਹਾਂ। ਸਾਨੂੰ ਜਸਟਿਸ ਨਹੀਂ ਮਿਲਿਆ, ਕੋਈ ਡਿਗਨਿਟੀ ਨਹੀਂ, ਕੋਈ ਫਰੀडम ਸਾਨੂੰ ਨਹੀਂ ਮਿਲੀ। ਔਰ ਅੱਜ ਅਸੀਂ ਯੂਨਾਈਟਿਡ ਨੇਸ਼ਨ ਦੇ ਸਾਹਮਣੇ ਇਹ ਪ੍ਰਣ ਕਰਦੇ ਹਾਂ ਕਿ ਜਿਸ ਮਕਸਦ ਵਾਸਤੇ ਅਸੀਂ ਘਰੋਂ ਨਿਕਲੇ ਸਾਂ, ਉਸ ਮਕਸਦ ਦੀ ਪੂਰਤੀ ਤੱਕ ਅਸੀਂ ਇਹ ਸੰਘਰਸ਼ ਜਾਰੀ ਰੱਖਾਂਗੇ। ਔਰ ਦੁਨੀਆ ਦੇ ਲੋਕਾਂ ਨੂੰ ਇਹ ਗੱਲ ਤੋਂ ਜਾਣੂ ਕਰਾਵਾਂਗੇ ਕਿ ਜੋ ਭਾਰਤ ਸਰਕਾਰ ਅੱਜ ਜ਼ੁਲਮ ਕਰ ਰਹੀ ਹੈ ਸਿੱਖਾਂ ਤੇ, ਘੱਟ ਗਿਣਤੀ ਕੌਮਾਂ ਤੇ, ਵੀ ਅਪੀਲ ਟੂ ਦੀ ਯੂਨਾਈਟਿਡ ਨੇਸ਼ਨ to send a team to India to investigate ਕਿ ਉੱਥੇ ਡੈਮੋਕ੍ਰੇਸੀ ਕੀ ਹੈ, ਕੀ ਸੈਕੂਲਰਿਜ਼ਮ ਹੈ। ਇਹ ਸਾਰੀ ਚੀਜ਼ ਜਿਹੜੀ ਹੈ ਇਹਨਾਂ ਨੇ ਘੋ ਕਰਨੀ ਹੈ। ਅੰਤ ਦੇ ਵਿੱਚ I request to Indian authority also to have a political dialogue with Sikhs so that the conflict could be resolved peacefully। ਔਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਪਿਆਰ ਨਾਲ ਭਾਰਤ ਸਰਕਾਰ ਆਪਣੇ ਸਿੱਖ ਲੀਡਰਾਂ ਨਾਲ ਗੱਲਬਾਤ ਕਰੇ, ਜੋ ਸਿੱਖਾਂ ਦੇ ਮਸਲੇ ਨੇ ਉਹ ਠੀਕ ਕਰਨ ਦੀ ਕੋਸ਼ਿਸ਼ ਕਰੇ। ਨਹੀਂ, ਅਗਰ ਉਹ ਨਹੀਂ ਕਰੇਗੀ ਤਾਂ ਫਿਰ ਸਾਡਾ ਵੀ ਪੈਗਾਮ ਸੁਣ ਲੈਣ ਕਿ ਡੂਬੇਗੀ ਕਿਸ਼ਤੀ तो डूबेंगे सारे, ना हम बचेंगे ना साथी हमारे। ना असी चैन नाल बहना है और ना ही असी भारत सरकार नूं चैन नाल बहन देवांगे। सो इन्हां सारियां गल्लां अज जो यूनाइटेड नेशन दे सामने वर्ल्ड सिख पार्लीमेंट वालों ये सलाघायोग ये कदम चुकिया गया है। और हमेशा ही ਜਦੋਂ ਵੀ ਸਿੱਖ ਕੌਮ ਦੇ ਕੋਈ ਮਸਲਾ ਪੈਂਦਾ ਹੈ, ਕਿਉਂਕਿ ਅੱਜ ਸਾਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਸਾਡੇ ਭਰਾਵਾਂ ਨੇ ਕੌਮ ਦੀ ਖਾਤਰ, ਕੌਮ ਦੀ ਆਜ਼ਾਦੀ ਔਰ ਕੌਮ ਦੀ ਆਪਣੇ ਬੋਲਣ ਵਾਲੇ ਲਈ ਆਪਣਾ ਬਹੁਤ ਸਾਰਾ ਨੁਕਸਾਨ ਕਰਵਾਇਆ ਹੈ। ਅੱਜ ਵੀ ਜੇਲ੍ਹਾਂ ਵਿੱਚ ਬੈਠ ਕੇ ਸਾਡੇ ਵੀਰ ਉੱਥੇ ਬੈਠੇ ਨੇ। ਅੱਜ ਅਸੀਂ ਯੂਨਾਈਟਿਡ ਨੇਸ਼ਨ ਦੇ ਸਾਹਮਣੇ ਉਹਨਾਂ तमाम ਵੀਰਾਂ ਨੂੰ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ, ਉਹਨਾਂ ਨੂੰ ਅਸੀਂ ਸਲੂਟ ਮਾਰਦੇ ਹਾਂ। ਜਿਹੜੇ ਜੇਲ੍ਹ ਦੀ ਕਾਲ ਕੋਠੜੀ ਵਿੱਚ ਬੰਦ ਨੇ, ਉਹਨਾਂ ਨੂੰ ਵੀ ਅਸੀਂ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਤੁਹਾਡੀਆਂ ਸੋਚ ਮੁਤਾਬਕ ਅਸੀਂ ਉਸ ਵਕਤ ਤੱਕ ਆਪਣਾ ਸੰਘਰਸ਼ ਜਾਰੀ ਰੱਖਾਂਗੇ ਬਾਹਰ, ਜਿਸ ਵਕਤ ਤੱਕ ਅਸੀਂ ਆਜ਼ਾਦ ਨਹੀਂ ਹੋ ਜਾਂਦੇ। ਸੋ ਦਾਸ ਆਖਰ ਦੇ ਵਿੱਚ ਜੈਕਾਰਾ ਗਜਾਏਗਾ। ਸਾਰੇ ਵੱਧ ਚੜ ਕੇ ਜੋਸ਼ ਦੇ ਨਾਲ ਜਵਾਬ ਦੇਣ ਦੀ ਕਿਰਪਾਲਤਾ ਕਰਨੇ। ਇੰਡੀਆ ਗੌਰਮੈਂਟ
terrorist, इंडिया गवर्नमेंट, terrorist, इंडिया गवर्नमेंट, terrorist, we want, Khalistan, we want justice, we want, justice, we want, justice, we want, justice. बोले सोनेहा श्री अकाल। वाहिगुरु जी का खालसा, वाहिगुरु जी की फतेह। मैं फिर कुछ बेनतियां इंग्लिश च करनियां बहुत ज़रूरी। We have two pamphlets here dedicated to the two causes why we are here today for. The first one is for the political prisoners who have been jailed unlawfully in Indian jails for last 30 to 35 years. So we have Armenians here, we have our Kurdish brothers who are here fighting for the cause, Mongolian brothers who are here to protest today for the respective human rights of their own communities. We want to give them the support that we stand in solidarity with you, and we thank you for standing with us. So God willing, you will get your self-determination one day, and we will get ours. Today, the second pamphlet that we have is about our genocide. We've been massacred in India for decades now. We have lost more than 200,000 lives due to the India oppressing us day and night. They have done our genocide. It was a pre-planned genocide from the Indian state. So this pamphlet just explains a little bit about that. And on this occasion now, I would like to invite my next speaker, ਭਾਈ ਭੁਪਿੰਦਰ ਸਿੰਘ ਜੀ ਪਹਿਲਵਾਨ, ਜੋ ਕਿ ਇੰਡੀਆ ਦੇ ਵਿੱਚ ਬਹੁਤ ਹੀ ਜ਼ਿਆਦਾ ਐਕਟਿਵ ਨੇ ਇਸ ਐਕਟਿਵਿਜ਼ਮ ਨੂੰ ਲੈ ਕੇ। ਸੋ ਉਹਨਾਂ ਨੂੰ ਬੇਨਤੀ ਹੈ ਕਿ ਆ ਕੇ ਜਿਹੜਾ ਸੰਗਤਾਂ ਦੇ ਮੁਖਾਤਬ ਹੋਣ 2 ਮਿੰਟ ਵਾਸਤੇ, ਸੰਗਤਾਂ ਨੂੰ ਦੱਸਣ ਕਿ ਉੱਥੇ ਦੀ ਕੀ ਸਿਚੁਏਸ਼ਨ ਹੈ, ਉੱਥੇ ਸਾਡੇ ਨਾਲ ਕੀ ਹੋ ਰਿਹਾ ਹੈ, ਸਾਡੇ ਨਾਲ ਕੀ ਗੁਜ਼ਰ ਰਹੀ ਹੈ। ਸੋ ਉਹਦੇ ਬਾਰੇ ਜ਼ਰੂਰ ਸਾਨੂੰ ਜਿਹੜਾ ਉਹ ਮੁਖਾਤਬ ਕਰਾਉਣ ਭੁਪਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਖ-ਵੱਖ ਦੇਸ਼ਾਂ ਤੋਂ ਆਏ ਮੇਰੇ ਵੀਰ ਜੀ ਡੈਲੀਗੇਟ, ਯੂਰਪ ਦੇ ਵੱਖ-ਵੱਖ ਕੰਟਰੀਆਂ ਤੋਂ, ਸਾਰਿਆਂ ਵੀਰਾਂ ਨੂੰ ਨੇ ਆਪਣਾ ਇੰਨਾ ਕੀਮਤੀ ਵਕਤ ਕੱਢ ਕੇ ਇੱਥੇ ਪਹੁੰਚੇ ਨੇ ਇੰਡੀਅਨ ਨੇਸ਼ਨ ਦੇ ਗਾੜੀ ਆਪਣੀ ਤਕਲੀਫਾਂ ਦੱਸਣ ਵਾਸਤੇ। ਆਪਾਂ ਬਹੁਤ ਲੰਬੇ ਸਮੇਂ ਤੋਂ ਆਪਣੀ ਆਜ਼ਾਦੀ ਦੀ ਲੜਾਈ ਵਾਸਤੇ ਜੋ ਸੰਘਰਸ਼ ਆਪਾਂ ਕਰ ਰਹੇ ਹਾਂ, ਇਹ ਅੱਜ ਪਹਿਲੀ ਵਾਰ ਨਹੀਂ ਹੋਇਆ। ਇੱਥੇ ਬਹੁਤ ਵਾਰੀ ਇੰਡੀਅਨ ਨੇਸ਼ਨ ਦੇ ਗਾੜੀ ਆਣ ਕੇ ਆਪਣੇ ਡੈਲੀਗੇਟਾਂ ਨੇ ਆਪਣੀ ਸਮੇਂ-ਸਮੇਂ ਤੇ ਆਣ ਕੇ ਆਪਣੀ ਆਵਾਜ਼ ਜਿਹੜੀ ਉਹ ਬੁਲੰਦ ਕਰਦੇ ਆ ਰਹੇ ਨੇ। ਅੱਜ ਫਿਰ ਇਹ ਵਰਲਡ ਸਿੱਖ ਪਾਰਲੀਮੈਂਟ ਜੋ ਸਾਡੇ ਸਤਿਕਾਰਯੋਗ ਵੀਰ ਭਾਈ ਜਗਤਾਰ ਸਿੰਘ ਜੀ ਹਵਾਰਾ, ਜੋ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ, ਉਹਨਾਂ ਦੀ ਰਹਿਨੁਮਾਈ ਹੇਠ ਅੱਜ ਜੋ ਆਪਾਂ ਇੱਥੇ ਇੰਡੀਅਨ ਨੇਸ਼ਨ ਦੇ ਗਾੜੀ ਆਪਣੀ ਇਹਨਾਂ ਨੂੰ ਜਿਹੜੇ ਆਪਣੇ ਆਪ ਨੂੰ ਜਿਹੜੇ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਨੇ, ਉਹਨਾਂ ਨੂੰ ਦੱਸਣ ਵਾਸਤੇ ਆਏ ਆ ਕਿ ਤੁਸੀਂ ਇਹ ਜੋ ਸਾਡੇ ਵੀਰ 30 32 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੈਠੇ ਆ, ਇਹਨਾਂ ਨੇ ਆਪਣੀ ਆਜ਼ਾਦੀ ਵਾਸਤੇ, ਆਪਣੇ ਘਰ ਖਾਲਿਸਤਾਨ ਦੀ ਆਜ਼ਾਦੀ ਵਾਸਤੇ ਸੰਘਰਸ਼ ਜੋ ਪੋਲੀਟੀਕਲ ਤੌਰ ਤੇ ਵਿੱਢਿਆ ਸੀ, ਉਹਨਾਂ ਨੂੰ ਅਜੇ ਤੱਕ ਰਿਹਾ ਨਹੀਂ ਕੀਤਾ ਜਾ ਰਿਹਾ। ਉਹਨਾਂ ਦੀ ਆਵਾਜ਼ ਬੁਲੰਦ ਕਰਨ ਵਾਸਤੇ ਇੰਡੀਆ ਦੇ ਵਿੱਚ ਜੋ ਘੱਟ ਗਿਣਤੀਆਂ ਦੇ ਨਾਲ ਵਿਤਕਰਾ ਹੋ ਰਿਹਾ ਹੈ, ਉੱਥੇ ਇਕੱਲੇ ਸਿੱਖਾਂ ਨਾਲ ਨਹੀਂ, ਮੁਸਲਮਾਨਾਂ ਨਾਲ ਵੀ ਹੋ ਰਿਹਾ, ਈਸਾਈਆਂ ਨਾਲ ਵੀ ਹੋ ਰਿਹਾ, ਕਸ਼ਮੀਰੀਆਂ ਨਾਲ ਹੋ ਰਿਹਾ, ਬਹੁਤ ਵੱਡੇ ਲੈਵਲ ਤੇ ਹੋ ਰਿਹਾ, ਤੇ ਬੜੀ ਡੂੰਘੀ ਸਾਜ਼ਿਸ਼ ਦੇ ਨਾਲ ਇਹ ਘੱਟ ਗਿਣਤੀਆਂ ਨੂੰ ਉੱਥੇ ਦਬਾਇਆ ਜਾ ਰਿਹਾ। ਇਸ ਵਾਸਤੇ ਜੋ ਵਰਲਡ ਸਿੱਖ ਪਾਰਲੀਮੈਂਟ ਜਥੇਦਾਰ ਦੇ ਹਵਾਲੇ ਦੀ ਵੱਲੋਂ ਬਣਾਈ ਗਿਆ, ਉਹਦੀ ਰਹਿਨੁਮਾਈ ਹੇਠ ਅੱਜ ਇਹ ਜੋ ਇਕੱਠ ਕੀਤਾ ਜਾ ਰਿਹਾ ਤੇ ਆਪਣੀ ਆਵਾਜ਼ ਜਿਹੜੀ ਉਹ ਦੱਸੀ ਜਾ ਰਹੀ ਆ। ਇਸੇ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਉਹਨਾਂ ਨੇ ਜਥੇਦਾਰ ਵੱਲੋਂ 7 ਜਨਵਰੀ ਨੂੰ ਇੱਕ ਧਰਮ ਯੁੱਧ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ, ਲੰਬੇ ਸਮੇਂ ਵਾਸਤੇ ਜੋ ਜੇਲ੍ਹਾਂ ਵਿੱਚ ਉਹ ਸੰਘਰਸ਼ 7 ਜਨਵਰੀ ਨੂੰ ਪੱਕੇ ਤੌਰ ਤੇ ਮੋਰਚਾ ਜੋ ਲੱਗ ਰਿਹਾ, ਉਹ ਹੀ ਇਸੇ ਕੜੀ ਦਾ ਇੱਕ ਹਿੱਸਾ ਆ। ਅਸੀਂ ਸਾਰੇ ਵੀਰਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਵੱਧ ਤੋਂ ਵੱਧ
ਆਪਣੇ ਪਰਿਵਾਰਾਂ ਨੂੰ, ਵੀਰਾਂ ਨੂੰ, ਸਾਰਿਆਂ ਨੂੰ ਇੰਡੀਆ ਫੋਨ ਕਰਕੇ ਇਹ ਦੱਸੋ ਕਿ ਉਸ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਆਪਣੇ ਪਰਿਵਾਰਾਂ ਸਮੇਤ, ਆਪਣੇ ਰਿਸ਼ਤੇਦਾਰਾਂ ਸਮੇਤ ਉੱਥੇ ਯੋਗਦਾਨ ਪਾਉਣ। ਅਸੀਂ ਸਾਰੇ ਵੀਰ ਉਹਦੇ ਨਾਲ ਖੜੇ ਹਾਂ। ਜਿੰਨਾ ਚਿਰ ਸਾਡੇ ਬੰਦੀ ਸਿੱਖਾਂ ਦੀ ਰਿਹਾਈ ਅਤੇ ਨਾਲ ਸਾਨੂੰ ਆਪਣਾ ਆਜ਼ਾਦ ਕਰ ਖਾਲਿਸਤਾਨ ਨਹੀਂ ਮਿਲ ਜਾਂਦਾ, ਅਸੀਂ ਉਹਨਾਂ ਚੱਕ ਆਪਣੀ ਇਹ ਲੜਾਈ ਜਿਹੜੀ ਇਹ ਜੰਗ ਜਾਰੀ ਰੱਖਾਂਗੇ। ਕਿਸੇ ਨਾਲ ਜਿੰਦਾਬਾਦ ਇਹ ਲੜਾਈ ਜੋ ਹੈ ਇਹ ਸਿੱਖਾਂ ਵੱਲੋਂ ਲੜੀ ਜਾ ਰਹੀ ਆ ਤੇ ਸਾਨੂੰ ਗੁਰੂ ਮਹਾਰਾਜ ਦੇ ਪਾਤਸ਼ਾਹ ਦੇ ਪੂਰਨ ਭਰੋਸਾ ਆ ਕਿ ਸਾਨੂੰ ਇਸ ਆਜ਼ਾਦੀ ਦੀ ਲੜਾਈ ਦੇ ਵਿੱਚ ਸਾਨੂੰ ਸਫਲਤਾ ਮਿਲੇਗੀ। ਪਰ ਇੰਡੀਆ ਨੇ ਜਿੱਥੋਂ ਤੱਕ ਅਸੀਂ ਸੋਚਦੇ ਹਾਂ ਇੰਡੀਆ ਨੇ ਇਕੱਲੇ ਸਾਨੂੰ ਖਾਲਿਸਤਾਨ ਨਹੀਂ ਦੇਣਾ, ਇੰਡੀਆ ਦੇ ਕਈ ਟੁੱਟੇ ਹੋਣੇ ਆ। ਉਹ ਸਮਾਂ ਆ ਰਿਹਾ ਜਿਹੜਾ ਪਹਿਲਾਂ ਜਦੋਂ ਇਹ ਇਕੱਠਾ ਇੱਕ ਭਾਰਤ ਨੂੰ ਛੋਟੇ ਛੋਟੇ ਟੁਕੜਿਆਂ ਨੂੰ ਇਕੱਠਾ ਕਰਕੇ ਇੱਕ ਭਾਰਤ ਬਣਾਇਆ ਸੀ, ਮੈਨੂੰ ਲੱਗਦਾ ਹੈ ਕਿ ਦੁਬਾਰਾ ਫਿਰ ਉਹਦਾ ਟੋਟਿਆਂ ਦੇ ਵਿੱਚ ਹੀ ਇਹ ਜਾਏਗਾ। ਇਸ ਵਾਸਤੇ ਅਸੀਂ ਇਹਨਾਂ ਨੂੰ ਚਾਹੁੰਦੇ ਵੀ ਸਾਨੂੰ ਉਹਦੇ ਵਿੱਚ ਸ਼ਮੂਲੀਅਤ ਕਰਨ ਤੋਂ ਬਗੈਰ ਸਾਡਾ ਜਿਹੜਾ ਆਪਣਾ ਸਾਡਾ ਆਜ਼ਾਦ ਕਰ ਖਾਲਿਸਤਾਨ ਆ ਉਹ ਸਾਨੂੰ ਦਿੱਤਾ ਜਾਵੇ। ਤੇ ਅਸੀਂ ਨਾ ਤੁਹਾਨੂੰ ਕੋਈ ਤੰਗ ਕਰਨਾ ਚਾਹੁੰਦੇ ਤਾਂ ਤੁਸੀਂ ਸਾਨੂੰ ਜੋ ਹੱਦਾਂ ਬੰਨੇ ਪਾਰ ਕਰ ਦਿੱਤੀਆਂ ਸਾਡੇ ਤੇ ਜ਼ੁਲਮ ਦੀਆਂ ਉਹਨੂੰ ਬੰਦ ਕਰੋ ਤੇ ਸਾਡਾ ਘਰ ਜਿਹੜੇ ਮਨੁੱਖੀ ਅਧਿਕਾਰ ਜੇ ਨੇਸ਼ਨ ਵਾਲਿਆਂ ਨੂੰ ਕਹਿ ਰਹੇ ਆ ਵੀ ਸਾਨੂੰ ਸਾਡਾ ਘਰ ਜਿਹੜਾ ਖਾਲਿਸਤਾਨ ਆ ਉਹ ਸਾਨੂੰ ਵਾਪਸ ਸਾਡਾ ਜੋ ਇਹਨਾਂ ਸਾਡੇ ਕੋਲ ਧੋਖੇ ਨਾਲ ਖੋਇਆ ਸੀ, ਧੋਖੇ ਨਾਲ ਜੋ ਖੋਇਆ ਸੀ ਉਹਨੂੰ ਵਾਪਸ ਕਰਵਾਓ। ਇੰਨੀਆਂ ਗੱਲਾਂ ਕਹਿੰਦਾ ਹੋਇਆ ਮੈਂ ਖਿਮਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਲੇ ਸੋ ਨਿਹਾਲ। ਰਾਜ ਕਰੇਗਾ, ਰਾਜ ਕਰੇਗਾ, ਲੈ ਕੇ ਰਹਾਂਗੇ, ਲੈ ਕੇ ਰਹਾਂਗੇ। ਬਲੇ ਸੋ ਨਿਹਾਲ। ਸ੍ਰੀ ਅਕਾਲ। ਇਹ ਦੁਨੀਆ ਦਾ ਪੋਲੀਟੀਕਲ ਐਪੀ ਸੈਂਟਰ ਹੈ ਜਿੱਥੇ ਅੱਜ ਅਸੀਂ ਖੜੇ ਹਾਂ। ਇੱਥੇ 192 ਦੇਸ਼ਾਂ ਦੇ ਜਿਹੜਾ ਵੈ ਉਹ ਅੰਬੈਸਡਰਸ ਆਉਂਦੇ ਨੇ। ਇੱਥੇ ਉਹ ਲੋਕ ਆਉਂਦੇ ਨੇ ਜਿਹੜੇ ਮਨੁੱਖੀ ਅਧਿਕਾਰਾਂ ਦੇ ਲਈ ਸਟਰਗਲ ਕਰ ਰਹੇ ਨੇ। ਉਹ ਲੋਕ ਆਉਂਦੇ ਨੇ ਜਿਨ੍ਹਾਂ ਨੇ ਪਾਲਿਸੀਆਂ ਬਣਾਉਣੀਆਂ ਨੇ, ਜਿਨ੍ਹਾਂ ਨੇ ਕੱਲ੍ਹ ਨੂੰ ਤੁਹਾਡੇ ਦੇਸ਼ ਦੀ ਪੈਰਵਾਈ ਕਰਨੀ ਹੈ। ਉਹਨਾਂ ਨੂੰ ਆਪਣਾ ਮਸਲਾ ਸਮਝਾਉਣ ਲਈ ਮੈਂ ਬੇਨਤੀ ਕਰਦਾ ਗੁਰਪ੍ਰੀਤ ਸਿੰਘ ਜੀ ਨੂੰ ਕਿ ਉਹ ਬਾਈਲਿੰਗੁਅਲੀ ਗੱਲ ਕਰਨ, ਜਿੱਥੇ ਪੰਜਾਬੀ ਦੇ ਵਿੱਚ ਸਾਡੇ ਸਰੋਤਿਆਂ ਲਈ ਜੋ ਕਿ ਲਾਈਵ ਜਾ ਰਿਹਾ ਕਾਫੀ ਟੀਵੀ ਚੈਨਲਸ ਤੇ ਜਿਨ੍ਹਾਂ ਨੇ ਵੀ ਲਾਈਵ ਕੀਤਾ ਮੈਂ ਉਹਨਾਂ ਦਾ ਧੰਨਵਾਦ ਕਰਦਾ। ਤੇ ਜਿੱਥੇ ਅਸੀਂ ਆਪਣੇ ਸਰੋਤਿਆਂ ਨੂੰ ਗੱਲ ਦੱਸਣੀ ਹੈ ਉੱਥੇ ਅੱਜ ਇੱਥੇ ਇੰਟਰਨੈਸ਼ਨਲ ਕਮਿਊਨਿਟੀ ਜਿਹੜੀ ਹੈ ਉਹਦੇ ਸਾਹਮਣੇ ਆਪਣਾ ਕੇਸ ਰੱਖਣਾ ਬੜਾ ਜ਼ਰੂਰੀ ਹੈ ਕਿ ਅੱਜ ਕਿਉਂ ਅਸੀਂ 10 ਦਸੰਬਰ ਵਾਲੇ ਦਿਨ ਮਨੁੱਖੀ ਅਧਿਕਾਰ ਦਿਵਸ ਦੇ ਦਿਨ ਅੱਜ ਇੱਥੇ ਇਕੱਤਰ ਹੋ ਰਹੇ ਹਾਂ। ਸੋ ਬੇਨਤੀ ਹੈ ਭਾਈ ਗੁਰਪ੍ਰੀਤ ਸਿੰਘ ਜੀ। ਉਹ ਸ਼ਹੀਦਾਂ ਅਤੇ ਸੂਰਮਿਆਂ ਨੂੰ ਯਾਦ ਰੱਖਣ ਵਾਲੀ ਕੌਮ ਅੱਜ ਖੜੀ। ਮੇਰੀ ਫਤਿਹ ਦਾ ਜਵਾਬ ਦੇਣਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਗੁਰਪ੍ਰੀਤ ਸਿੰਘ ਨੂੰ ਬੇਨਤੀ ਹੋਈ ਹੈ ਕਿ ਅੰਗਰੇਜ਼ੀ 'ਚ ਬੋਲਣਾ ਕਿਉਂਕਿ ਅੱਜ ਕਈ ਸੱਜਣ ਖੜੇ ਹੋਏ ਆ ਜਿਨ੍ਹਾਂ ਨੂੰ ਪੰਜਾਬੀ ਨਹੀਂ ਸਮਝ ਆਉਂਦੀ। So today we are here to protest and we are here to demonstrate on International Human Rights Day on what is happening to the Sikhs within India. It is very important that the world hears about the Sikhs genocide that is happening till date. Thousands are losing their lives on a daily basis at the hands of the Indian government. The people, the Sikhs you see standing behind me, have been in jail for the last 30 years. That is over 10,000 days in jail. And they have been innocently being kept within that jail. Now today I'm going to talk to you a little bit about what is the Sikh struggle. Sikhs are the 5th largest nation, the 5th largest religion on this planet. And the Sikhs want their own homeland. They have a right to their own homeland. Why? Because the United Nations has said that everybody has the right to self-determination. The Sikhs fought for their independence. They fought for the independence for India and Pakistan. They gave over 90% of their lives. Before the British took over India, Sikhs were the rulers of Punjab. And when the British left, they gave the land to someone else. Now, the problem is the Sikhs within India are not recognized as Sikhs under Article 25B. They are classed as long-haired Hindus.
So Sikhs do not have any space within India to be recognized as their own nation. So for that, there has been a struggle for the last 30, 40 years. And these people that you can see behind you have been sitting in jail for them 30, 40 years and are still in jail to today. So we are here to urge the world to understand the Sikh struggle and not to be, to the Sikhs to not to be scared to talk about your struggle. Just like the world today is not scared to talk about Ukraine. Understand that Ukraine was a part of Russia and got its independence. Punjab wants its independence from India. And one day, those flags you can see behind me there, the Khalistan flag, will be within them flags over there. So what? A message to those that doubt whether Khalistan could be a reality. There are over 50 nations on this planet that are smaller than Khalistan geographically. There is over 80 nations on this planet that have a smaller GDP than Khalistan. There's 44 nations on this planet that are landlocked. Why can Sikhs not have their independent homeland? They can absolutely have their own homeland. 75% of the world's Sikh population currently lives in Punjab today. And that population is suffering what I call a silent genocide. Why? A human right. In 2010, the United Nations passed a law that every human on this planet has the right to safe drinking water and sanitation. That right has been taken away from Punjabis today. 75% of Punjab's drinking water, river water, has been diverted to other states. Punjab's groundwater has depleted to a level where the NASA is saying that Punjab will be a desert in 10 to 15 years' time. Punjab's mother tongue, Punjab's language has been destroyed. Why? Because they are making Hindi the main language of Punjab. Punjab is being flooded with drugs. 44% of those people in jail in the whole of India today are those from Punjab. Punjab, from the years of 2011 to 2014, over 13,000 tons of drug were found. 7,000 of them drugs were found from a tiny 1.5 geographical area called Punjab. Why? Because them drugs have been purposely put into Punjab so that those individuals, those youngsters in Punjab cannot fight for their own homeland and they get addicted to drugs. Punjab is suffering in many ways. Punjab is number one for heart disease, number one for hypertension, number two for diabetes, number one for hepatitis. Why is Punjab suffering in so many ways with so many diseases? Why? Because Punjab had a political struggle. And to dampen, to stop that political struggle, they have overtly and covertly try to destroy the Sikh nation. Now Punjab is suffering a huge loss today, what we call a muscle drain and a brain drain, because Punjab is being targeted by allowing those Punjabis to leave Punjab with a migration out of Punjab. And those Punjabis have been given such a position that they would rather come in a nation and sleep on a street than rule their own land in Punjab. So what we urge is we want to keep those Punjabis in Punjab and we want our own homeland. Khalistan! Khalistan! Leke rahange! Leke rahange! Bolai Sonehala! Waheguru Ji ka Khalsa, Waheguru Ji ki Fateh. Bonjour à tout le monde et bienvenue à jour des démonstrations à Genève. Aujourd'hui, c'est journée des droits de l'homme pour tout le monde. Ce n'est pas uniquement pour les Européens, pour le monde entier, le monde entier. Pourquoi on est là aujourd'hui? Depuis l'indépendance de l'Inde, Sikh et Punjab, ils sont massacrés par l'État central de l'Inde depuis l'indépendance. Après l'indépendance, même avant l'indépendance, l'État, cette époque, leader indien, il a promis les leaders sikhs
après l'indépendance de l'Inde, comme quoi les Sikhs, ils doivent devoir un État indépendant. Mais, partie du gouvernement central, après l'indépendance, ils ne nous donnaient rien, mais ils nous déclaraient comme quoi ces Sikhs, c'est terroriste. Ça, ce slogan était donné par l'État. Je vous dis quelque chose. Nous sommes Sikhs. Nous, on est donné maximum de notre force pour libération de l'Inde. Après libération de l'Inde, c'est toujours discrimination par l'État indien. Cette époque, le gouvernement central et les RSS, il dit 2024, l'India, il va déclarer comme quoi c'est le pays de l'hindouisme. C'est vrai, vous pouvez déclarer, ça ne nous gêne pas. Mais vous prenez votre part que vous avez travaillé pour faire la libération de l'Inde. Les Sikhs, ils sont morts 85% pendant la libération de l'Inde. Vous avez 2-3% d'État, vous gardez pour vous, c'est pas grave. Mais les Sikhs, il a aidé pour la libération de l'Inde. Nous, on est droit de demander à notre pays indépendant de Khalistan. ਹੁਣ ਮੈਂ ਪੰਜਾਬੀ ਦੇ ਵਿੱਚ ਵੀ ਤੁਹਾਨੂੰ ਦੱਸ ਦੇਵਾਂ ਮੈਂ ਥੋੜ੍ਹੀ ਜਿਹੀ ਹਿਸਟਰੀ ਰਿਪੀਟ ਕੀਤੀ ਆ ਕਿ ਇੰਡੀਆ ਆਜ਼ਾਦ ਹੋਣ ਤੋਂ ਲੈ ਕੇ ਸਿੱਖਾਂ ਦੇ ਨਾਲ ਕਿਹੋ ਜਿਹੇ ਵਿਤਕਰੇ ਹੋਏ ਨੇ ਤੇ ਸਟਿਲ ਹੋ ਰਹੇ ਨੇ। ਹੁਣ ਜਿਹੜੀ RSS ਹੈ ਉਹ ਇਹ ਰੌਲਾ ਪਾਉਂਦੀ ਪਈ ਆ ਇੰਡੀਆ ਦੇ ਵਿੱਚ ਕਿ ਅਸੀਂ 2024 ਦੇ ਵਿੱਚ ਇੰਡੀਆ ਨੂੰ ਹਿੰਦੂ ਸਟੇਟ ਡਿਕਲੇਅਰ ਕਰ ਦੇਣਾ। ਮੈਂ ਇੱਥੇ ਇਸ ਫ੍ਰੈਂਚ ਦੇ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਭਾਈ ਤੁਸੀਂ ਜੀ ਸਦਕੇ ਆਪਣੀ ਜਿਹੜੀ ਹਿੰਦੂ ਸਟੇਟ ਆ ਉਹਨੂੰ ਡਿਕਲੇਅਰ ਕਰੋ, ਪਰ ਕਰਿਓ ਓਨੀ ਕਈ ਜਿੰਨਾ ਕੁ ਤੁਹਾਡਾ ਹਿੱਸਾ ਪਾਇਆ। ਤੁਹਾਡਾ 2-3% ਹਿੱਸਾ ਤੁਸੀਂ ਆਜ਼ਾਦੀ ਦੇ ਵਿੱਚ ਪਾਇਆ, ਉਹ ਲੈ ਲਓ। 85% ਸਿੱਖਾਂ ਦਾ ਤੇ ਮੁਸਲਮਾਨਾਂ ਦਾ ਹਿੱਸਾ ਆ, ਉਹ ਸਾਨੂੰ ਦੇ ਦਿਓ। ਸਾਨੂੰ ਕੋਈ ਇਤਰਾਜ਼ ਨਹੀਂ ਤੁਸੀਂ RSS ਵਾਲੇ ਜਾਂ BJP ਵਾਲੇ ਜਾਂ ਹੋਰ ਕੋਈ ਹਿੰਦੂ ਜਥੇਬੰਦੀ ਉਹ ਆਪਣਾ ਹਿੰਦੁਸਤਾਨ ਮੰਗਦੀ ਆ ਮੰਗਣ, ਪਰ ਪਹਿਲਾਂ ਸਾਨੂੰ ਤਾਂ ਦੇ ਦਿਓ, ਸਾਡਾ ਹਿੱਸਾ ਸਾਨੂੰ ਦੇ ਦਿਓ। ਤੁਸੀਂ ਮੰਗੋ, ਸਾਨੂੰ ਕੋਈ ਇਤਰਾਜ਼ ਨਹੀਂ। ਰਹੀ ਗੱਲ, ਸਾਨੂੰ ਨਾ ਡਰਾਓ, ਨਾ ਧਮਕਾਓ ਤੇ ਨਾ ਸਾਨੂੰ ਰੋਕੋ। ਅਸੀਂ ਯੂਰਪ ਦੇ ਵਿੱਚ ਵੱਸਦੇ ਹਾਂ, ਯੂਰਪ ਦੇ ਸਿਟੀਜ਼ਨ ਹਾਂ, ਯੂਰਪ ਦੇ ਕਾਇਦੇ ਕਾਨੂੰਨ ਦੇ ਵਿੱਚ ਰਹਿ ਕੇ ਅਸੀਂ ਆਪਣੀ ਆਜ਼ਾਦੀ ਦੀ ਗੱਲ ਕਰਦੇ ਹਾਂ। ਅਸੀਂ ਆ ਪੁੱਤਰ ਗੁਰੂ ਗੋਬਿੰਦ ਸਿੰਘ ਦੇ, ਨਾ ਪਹਿਲਾਂ ਡਰੇ ਹਾਂ, ਨਾ ਡਰਨਾ, ਨਾ ਕਿਸੇ ਨੂੰ ਡਰਾਉਣਾ। ਪਰ ਆਜ਼ਾਦ ਜਿਹੜਾ ਮੁਲਕ ਹੈ ਉਹ ਅਸੀਂ ਲੈ ਕੇ ਰਹਿਣਾ, ਚਾਹੇ ਕਿਸੇ ਤਰੀਕੇ ਨਾਲ ਲਈਏ। ਇਹ ਨਿਮਰਤਾ ਸਹਿਤ ਸਾਡੇ ਵੀਰਾਂ ਨੂੰ ਬੇਨਤੀ ਹੈ। ਬਾਕੀ ਬਾਹਰੋਂ ਆਏ ਜਿੰਨੇ ਵੀ ਸਾਡੇ ਪਤਵੰਤੇ ਸੱਜਣ ਨੇ, ਫਰਾਂਸ ਤੋਂ, ਹਾਲੈਂਡ ਤੋਂ, ਬੈਲਜੀਅਮ ਤੋਂ, ਇੰਗਲੈਂਡ ਤੋਂ ਜਾਂ ਲੋਕਲ ਇੱਥੇ ਦੇ ਸਿੰਘ ਨੇ, ਸਾਰੇ ਹੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਮੇਂ ਸਿਰ ਪਹੁੰਚ ਕੇ ਆਪਣੀ ਹਾਜ਼ਰੀ ਲਵਾਈ ਆ, ਕਿਉਂਕਿ ਬਹੁਤ ਸ਼ਾਰਟ ਟਾਈਮ ਦੇ ਵਿੱਚ ਅਸੀਂ ਇਹ ਪਰਮਿਸ਼ਨ ਲੈ ਕੇ ਅੱਜ ਦੇ ਦਿਨ 'ਤੇ ਪ੍ਰੋਟੈਸਟ ਕੀਤਾ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਮੀਡੀਆ ਦਾ ਵੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਅੱਜ ਸਾਰੇ ਵਰਲਡ ਸਿੱਖ ਪਾਰਲੀਮੈਂਟ ਦੇ ਸੱਦੇ ਤੇ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਉਹਨਾਂ ਦਾ ਜੋ ਬੰਦੀ ਸਿੰਘਾਂ ਦਾ ਮਸਲਾ ਹੈ ਉਹ ਸੰਸਾਰ ਅੱਗੇ ਉਜਾਗਰ ਕਰਨ ਲਈ ਮਨੁੱਖੀ ਅਧਿਕਾਰਾਂ ਦੇ ਦਿਨ ਤੇ ਇੱਥੇ ਸ਼ਾਮਲ ਹੋਏ ਹਾਂ। ਜਿਹੜੇ ਵੀ ਮੇਰੇ ਵੀਰ ਬਜ਼ੁਰਗ ਬੱਚੇ ਵੱਖ-ਵੱਖ ਦੇਸ਼ਾਂ ਵਿੱਚੋਂ ਆਏ ਹਨ, ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਆਪਣੇ ਜਿਹੜੇ ਬੰਦੀ ਸਿੰਘ ਹਨ, ਪਿਛਲੇ ਤਕਰੀਬਨ 20 ਤੋਂ 30 ਸਾਲ ਦੇ ਹੋ ਗਏ ਇਹਨਾਂ ਨੂੰ ਸਾਰਿਆਂ ਨੂੰ ਜੇਲ੍ਹਾਂ ਵਿੱਚ ਹਨ, ਜਦੋਂ ਕਿ ਉੱਥੇ ਆਮ ਜਿਹੜੇ ਇਦੋਂ ਵੀ ਜ਼ਿਆਦਾ ਜਿਨ੍ਹਾਂ ਤੇ ਜਿਸ ਤਰ੍ਹਾਂ ਰਾਜੀਵ ਗਾਂਧੀ ਵਾਲਾ ਮਸਲਾ ਸੀ ਉਹ ਵੀ ਰਿਹਾ ਹੋ ਗਏ। ਹੋਰ ਕਾਫੀ ਜਿਹੜੇ ਸੀਰੀਅਸ ਕਾਰਵਾਈਆਂ ਕੀਤੀਆਂ ਸੀਗੀਆਂ ਉਹ ਵੀ ਸਾਰੇ ਰਿਹਾ ਹੋ ਗਏ, ਕਿਉਂਕਿ ਆਪਾਂ ਉੱਥੇ ਮਿਨੋਰਿਟੀ ਵਿੱਚ ਹਾਂ, ਇਸ ਲਈ ਆਪਾਂ ਨੂੰ ਮਿਨੋਰਿਟੀ ਨੂੰ ਉੱਥੇ ਇਨਸਾਫ ਨਹੀਂ ਮਿਲਦਾ। ਤਾਂ ਮੈਂ ਹਰ ਵਾਰ ਇਹੀ ਬੇਨਤੀ ਕਰਦਾ ਹੁੰਦਾ, ਜਿੰਨੀਆਂ ਵੀ ਉੱਥੇ ਮਿਨੋਰਿਟੀ ਕੌਮਾਂ ਭਾਰਤ ਦੇ ਵਿੱਚ ਵਸਦੀਆਂ ਹਨ, ਜਿੰਨਾ ਚਿਰ ਮਿਨੋਰਿਟੀ ਕੌਮਾਂ ਇੱਕ ਪਲੇਟਫਾਰਮ ਬਣਾ ਕੇ ਆਪਣਾ ਕੋਈ ਯੂਨਾਈਟਿਡ ਫਰੰਟ ਨਹੀਂ ਬਣਾਉਂਦੀਆਂ, ਕੱਲਿਆਂ ਨੂੰ ਇਹ ਲੜਾਈ ਲੜਨੀ ਔਖੀ ਆ। ਸੋ ਇਸ ਲਈ ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ, ਸਾਰੀਆਂ ਕੌਮਾਂ ਨੂੰ ਬੇਨਤੀ ਕਰਦਾ, ਆਪਣੇ ਕਸ਼ਮੀਰੀ ਭਰਾਵਾਂ ਨੂੰ, ਹੋਰ ਵੀ ਜਿਹੜੀਆਂ ਉੱਥੋਂ ਭਾਰਤ ਵਿੱਚ ਵਸਣ ਵਾਲੀਆਂ ਕੌਮਾਂ ਦੇ ਨੁਮਾਇੰਦੇ ਆਏ ਹਨ, ਕਿ ਆਪਾਂ ਇੱਕ ਸਾਂਝਾ ਪਲੇਟਫਾਰਮ ਭਾਰਤ ਦੇ ਵਿੱਚ ਤੇ ਬਾਹਰਲੇ ਦੇਸ਼ਾਂ ਦੇ ਵਿੱਚ ਬਣਾਉਣ ਦੀ ਕੋਸ਼ਿਸ਼ ਕਰੀਏ। ਆਪਣੇ ਦੇਖਦੇ ਹੀ ਜਿਹੜਾ ਮੁਲਕ ਹਿਊਮਨ ਰਾਈਟਸ ਦੀ ਕਦਰ ਨਹੀਂ ਕਰਦਾ, ਉਹ ਅੱਜ ਕੱਲ੍ਹ G20 ਦੇ ਪ੍ਰੈਜ਼ੀਡੈਂਟ ਬਣੇ ਆ। ਸੋ ਆਪਾਂ ਨੂੰ ਸਾਰਿਆਂ ਨੂੰ
ਇਸ ਮਸਲੇ ਤੇ ਆਪਸ ਵਿੱਚ ਹੀ ਵਿਚਾਰ ਕਰਕੇ ਵਧੀਆ ਢੰਗ ਦੇ ਨਾਲ ਆਪਣਾ ਜਿਹੜਾ ਮਨੁੱਖੀ ਅਧਿਕਾਰਾਂ ਦੇ ਮਸਲੇ ਹਨ ਉਹ ਉਠਾਉਣੇ ਚਾਹੀਦੇ ਹਨ। ਅੱਜ ਜਿੱਥੇ 1948 ਦੇ ਵਿੱਚ ਮਨੁੱਖੀ ਅਧਿਕਾਰਾਂ ਦਾ ਕਾਇਦੇ ਕਾਨੂੰਨ ਬਣਾਇਆ ਗਿਆ, ਉਸ ਜਗ੍ਹਾ ਤੇ ਆਪਾਂ ਆ ਕੇ ਦੁਨੀਆ ਨੂੰ ਆਪਣੀ ਗੱਲ ਦੱਸਣ ਲਈ ਦੁਨੀਆ ਦੇ ਪਲੇਟਫਾਰਮ ਤੇ ਆਪਣਾ ਮਸਲਾ ਉਜਾਗਰ ਕਰਨ ਲਈ ਪਹੁੰਚੇ ਹਾਂ। ਸੋ ਜਿਹੜੇ ਸਾਰੇ ਪਹੁੰਚੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਸੇ ਲੜੀ ਨੂੰ ਅੱਗੇ ਤੋਰਦਿਆਂ ਜਥੇਦਾਰ ਹਵਾਰਾ ਜੀ ਦੇ ਨਿਰਦੇਸ਼ਾਂ ਮੁਤਾਬਕ 7 ਜਨਵਰੀ ਨੂੰ ਚੰਡੀਗੜ੍ਹ ਪੰਜਾਬ ਵਿਖੇ ਇੱਕ ਬੰਦੀ ਸਿੰਘਾਂ ਦੇ ਲਈ ਮੋਰਚਾ, ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਲਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਉਸ ਮੀਡੀਆ ਰਾਹੀਂ ਜਾਂ ਜਿਹੜੇ ਮੇਰੇ ਇੱਥੇ ਵੀਰ ਪਹੁੰਚੇ ਆ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਅਪੀਲ ਹੈ, ਬੇਨਤੀ ਹੈ, ਜੇ ਆਪਾਂ ਸਾਰੇ ਉਹਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ ਤਾਂ ਤਦ ਹੀ ਉਹ ਕਾਮਯਾਬ ਹੋ ਸਕਦਾ ਹੈ। ਉਹ ਆਪਣੇ ਸਮੁੱਚੇ ਬੰਦੀ ਸਿੰਘਾਂ ਲਈ ਆ, ਇਕੱਲਾ ਜਥੇਦਾਰ ਹਵਾਰੇ ਲਈ ਮੋਰਚਾ ਨਹੀਂ ਹੈ। ਆਪਣੇ ਜਿੰਨੇ ਬੰਦੀ ਸਿੰਘ ਹਨ ਉਹ ਆਪਾਂ ਨੂੰ ਸਾਰੇ ਸਤਿਕਾਰਯੋਗ ਹਨ, ਆਪਣਾ ਸਾਰਿਆਂ ਲਈ ਸਤਿਕਾਰ ਹੈ। ਸੋ ਇਹਦੇ ਵਿੱਚ ਆਪਣਾ ਸਾਰਿਆਂ ਨੂੰ ਯੋਗਦਾਨ ਪਾਉਣ ਦੀ ਅਪੀਲ ਕਰਦਾ ਹਾਂ। 7 ਤਰੀਕ ਨੂੰ ਜਨਵਰੀ ਦੇ ਵਿੱਚ ਅਗਲੇ ਸਾਲ, ਜਾਣੀ ਅੱਜ ਤੋਂ 3-4 ਹਫ਼ਤੇ ਬਾਅਦ ਹੀ ਚੰਡੀਗੜ੍ਹ ਵਿਖੇ 7 ਤਰੀਕ ਨੂੰ ਜੋ ਮੋਰਚਾ ਲੱਗਣਾ ਬੰਦੀ ਸਿੰਘਾਂ ਦੀ ਰਿਹਾਈ ਲਈ, ਉਹਦੇ ਵਿੱਚ ਆਪ ਜੀ ਹਰ ਤਰੀਕੇ ਨਾਲ ਆਪਣਾ ਬਣਦਾ ਯੋਗਦਾਨ ਪਾਓ। ਆਪਣੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਆਪਣੇ ਸੰਪਰਕ ਹਨ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਹਾਂ ਕਿ ਆਪਣੇ ਆਪਣੇ ਤਰੀਕੇ ਦੇ ਨਾਲ ਸਾਰੇ ਉਹਦੇ ਵਿੱਚ ਯੋਗਦਾਨ ਪਾਓ ਤਾਂ ਜੋ ਆਪਣਾ ਸੁਨੇਹਾ ਸੰਸਾਰ ਤੱਕ ਪਹੁੰਚ ਸਕੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਸਵਿਟਜ਼ਰਲੈਂਡ ਦੀ ਧਰਤੀ ਤੇ UNO ਦੇ ਸਾਹਮਣੇ ਮਨੁੱਖੀ ਅਧਿਕਾਰ ਦਿਵਸ ਤੇ ਪਹੁੰਚੇ ਹੋਏ ਸਾਰੇ ਦੂਰੋਂ ਨੇੜਿਓਂ ਜਿੰਨੇ ਵੀ ਵੀਰ ਆਏ ਹਨ, ਆਓ ਗੱਜ ਕੇ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਬੋਲਣ ਵਾਲੇ ਬੁਲਾਰਿਆਂ ਨੇ ਆਪ ਜੀ ਨੂੰ ਕਾਫੀ ਕੁਝ ਬੜੇ ਵਿਸਥਾਰ ਨਾਲ ਦੱਸਿਆ ਹੈ। ਸੋ ਅੱਜ ਅਸੀਂ ਜਿਹੜਾ ਸਾਡਾ ਮੁੱਖ ਵਿਸ਼ਾ ਹੈ ਉਹ ਹੈ ਕਿ ਸਾਡੇ ਮਨੁੱਖੀ ਅਧਿਕਾਰਾਂ ਦਾ ਹਿੰਦੁਸਤਾਨ ਵਿੱਚ ਹਨਨ ਹੋ ਰਿਹਾ, ਉਹਨਾਂ ਦੀ ਉਲੰਘਣਾ ਹੋ ਰਹੀ ਹੈ ਔਰ ਸਾਡਾ ਜਿਹੜਾ ਅਧਿਕਾਰ ਹੈ ਉਹ ਸਾਡਾ 1947 ਵੇਲੇ ਖੋਇਆ ਗਿਆ, ਜੋ ਅੱਜ ਤੱਕ ਅਸੀਂ ਲੜ ਰਹੇ ਹਾਂ ਉਹ ਸਾਨੂੰ ਮਿਲ ਨਹੀਂ ਰਿਹਾ। ਔਰ ਅਸੀਂ ਅੱਜ ਇੱਥੇ ਇਕੱਤਰ ਕਿਉਂ ਹੋ ਕੇ ਆਵਾਜ਼ ਬੁਲੰਦ ਕਰਦੇ ਹਾਂ? ਅਸੀਂ ਇਸ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਆਪਣੇ ਸਿਰ ਕੁਰਬਾਨ ਕੀਤੇ। ਅਸੀਂ ਇਸ ਹਿੰਦੁਸਤਾਨ ਨੂੰ ਆਜ਼ਾਦੀ ਲੈ ਕੇ ਦਿੱਤੀ ਔਰ 93% ਸਿਰ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਸਿੱਖਾਂ ਨੇ ਦਿੱਤੇ ਔਰ ਸਿੱਖ ਇੱਕ ਤੀਸਰੀ ਧਿਰ ਮੰਨੇ ਗਏ ਔਰ ਇਹਨਾਂ ਨਾਲ ਵਾਅਦਾ ਕੀਤਾ ਗਿਆ ਕਿ ਜਦੋਂ ਹਿੰਦੁਸਤਾਨ ਆਜ਼ਾਦ ਹੋਵੇਗਾ ਤੁਹਾਨੂੰ ਇੱਕ ਆਜ਼ਾਦ ਖਿੱਤਾ ਦੇ ਦਿੱਤਾ ਜਾਵੇਗਾ। ਸੋ ਸਾਡੇ ਨਾਲ ਜਦੋਂ ਇਹ ਧੋਖਾ ਹੋਇਆ, ਉਹ ਧੋਖਾ ਹੋਣ ਦਾ ਕਾਰਨ ਕੀ ਸੀ ਕਿ ਇੱਕ ਉਸ ਵੇਲੇ ਦੇ ਜਿਹੜੇ, ਮੈਂ ਤਾਂ ਮੰਦਬੁੱਧੀ ਕਹੂੰਗਾ ਉਹਨਾਂ ਸਿੱਖਾਂ ਨੂੰ ਕਿ ਜਿਨ੍ਹਾਂ ਨੇ ਸਾਡਾ ਸਿੱਖਾਂ ਨੂੰ ਬਣਦਾ ਹੋਇਆ ਅਧਿਕਾਰ ਸਾਡਾ ਖਾਲਸਾ ਰਾਜ ਲੈ ਕੇ ਨਹੀਂ ਦਿੱਤਾ, ਸਾਡਾ ਖਾਲਿਸਤਾਨ ਲੈ ਕੇ ਨਹੀਂ ਦਿੱਤਾ ਔਰ ਉਹਨਾਂ ਲੀਡਰਾਂ ਨੇ ਉਸ ਵੇਲੇ ਦੀ ਕੀਤੀ ਹੋਈ ਗਲਤੀ ਅੱਜ ਸਾਨੂੰ ਭੁਗਤਣੀ ਪੈ ਰਹੀ ਹੈ। ਔਰ ਅੱਜ ਸਾਨੂੰ ਪੰਜਾਬ ਦੇ ਵਿੱਚ ਅਸੀਂ ਰਹਿੰਦਿਆਂ ਹੋਇਆਂ ਜੋ ਅਸੀਂ ਖੁਦ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਆਪਣੀ ਆਜ਼ਾਦੀ ਦੀ ਜੰਗ, ਖਾਲਿਸਤਾਨ ਆਜ਼ਾਦ ਕਰਾਉਣ ਵਾਸਤੇ, ਆਪਣਾ ਪੰਜਾਬ ਆਜ਼ਾਦ ਕਰਾਉਣ ਵਾਸਤੇ ਲੜਿਆ, ਅਸੀਂ ਆਪਣੇ ਪਿੰਡੇ ਤੇ ਹੰਡਾਇਆ, ਸਾਡੇ ਵੀਰਾਂ ਨੇ ਸ਼ਹਾਦਤਾਂ ਦਿੱਤੀਆਂ, ਬਹੁਤ ਸਾਰੇ ਪਰਿਵਾਰ ਉੱਜੜ ਗਏ, ਧੀਆਂ ਭੈਣਾਂ ਦੀ ਬੇਇੱਜ਼ਤੀ ਹੋਈ, ਬਾਪੂਆਂ ਦੀਆਂ ਪੱਗਾਂ ਥਾਣਿਆਂ ਦੇ ਵਿੱਚ ਰੁਲੀਆਂ ਔਰ ਸਾਨੂੰ ਕੋਹ ਕੇ ਸ਼ਹੀਦ ਕੀਤਾ ਗਿਆ। ਔਰ ਉਹ ਕੀਤਾ ਗਿਆ ਕਿਹਨਾਂ ਵੱਲੋਂ? ਜਿਵੇਂ ਪਹਿਲਾਂ ਸਾਡੇ ਨਾਲ ਸਿੱਖਾਂ ਨੇ ਧੋਖਾ ਕੀਤਾ ਸੀ, ਇਸੇ ਤਰ੍ਹਾਂ ਹੀ ਉਹ ਸਿੱਖ ਪੁਲਿਸ ਅਫਸਰਾਂ ਨੇ ਸਾਡੇ ਨਾਲ ਉਹ ਜ਼ੁਲਮ ਕੀਤੇ ਜਿਹੜੇ ਮੁਗਲਾਂ ਨੂੰ ਵੀ ਮਾਤ ਪਾਉਂਦੇ ਸੀ। ਸੋ ਅਸੀਂ, ਸਾਡੇ ਨਾਲ ਉਹਨਾਂ ਲੀਡਰਾਂ ਨੇ ਧੋਖਾ ਕੀਤਾ ਜਿਹੜੇ ਸਾਡੇ ਹੀ ਸਨ ਔਰ ਸਾਡੇ ਤੋਂ ਬਾਅਦ ਜਦੋਂ ਉਹਨਾਂ ਨੇ ਇਹਨਾਂ ਦਾ ਰਵੱਈਆ ਦੇਖਿਆ, ਇਸ ਸ਼ੋਹਰਤ ਦੇ ਭੁੱਖੇ ਇਹ ਲਾਲਸਾ ਰੱਖਦੇ ਸੀ ਤੇ ਇਸੇ ਕਰਕੇ ਸਿਆਸਤ ਦੀ ਲਾਲਸਾ ਰੱਖਦੇ ਸੀ, ਤਾਕਤ ਦੀ ਲਾਲਸਾ ਰੱਖਦੇ ਸੀ, ਉਹਨਾਂ ਨੇ ਵਰਗਲਾ ਕੇ ਸਿੱਖ ਕੌਮ ਦੇ ਗਲ ਆਪਣਾ ਗੁਲਾਮੀ ਦਾ ਜੂੜਾ ਪਾ ਦਿੱਤਾ ਔਰ ਉਹਨਾਂ ਦਾ ਕਰਕੇ ਹੀ
ਸਾਨੂੰ ਜਿਹੜਾ ਆ ਖਾਲਿਸਤਾਨ ਦੀ ਲੜਾਈ ਦੁਬਾਰਾ ਲੜਨੀ ਪਈ ਔਰ ਇੰਨੇ ਸਾਡੇ ਸਿੱਖ ਬੱਚਿਆਂ ਦੀ, ਸਿੱਖ ਕੌਮ ਦੇ ਹੀਰਿਆਂ ਦੀਆਂ ਸ਼ਹਾਦਤਾਂ ਹੋਈਆਂ, ਇਹ ਲੋਕ ਉਹ ਵੀ ਜ਼ਿੰਮੇਵਾਰ ਨੇ। ਸੋ ਅੱਜ ਅਸੀਂ ਜੇ ਆਜ਼ਾਦੀ ਦੀ ਲੜਾਈ ਦੀ ਗੱਲ ਕਰਦੇ ਹਾਂ ਤਾਂ ਕਿਉਂ ਕਰਦੇ ਹਾਂ ਕਿ ਅਸੀਂ ਕੋਈ ਖਾਨਾ ਬਦੋਸ਼ ਨਹੀਂ ਹਾਂ, ਨਾ ਅਸੀਂ ਟੱਪਰੀਵਾਸ ਹਾਂ, ਅਸੀਂ ਇੱਕ ਕੌਮ ਹਾਂ। ਸਾਡਾ ਆਪਣਾ ਇੱਕ ਇਤਿਹਾਸ ਹੈ, 550 ਸਾਲਾ ਸਾਡਾ ਇਤਿਹਾਸ ਹੈ ਆਪਣਾ। ਅਸੀਂ ਬਹੁਤ ਲੰਮਾ ਸਮਾਂ, ਲੰਮੀ ਕੌਮ ਵੀ ਨਹੀਂ ਸਾਡੀ ਕੌਮ ਦੀ ਲੰਮੀ ਉਮਰ ਵੀ ਨਹੀਂ, ਪਰ ਸਾਡੇ ਸੰਘਰਸ਼ ਦੀ ਉਮਰ ਬਹੁਤ ਲੰਮੀ ਆ ਔਰ ਅਸੀਂ ਇਹ ਸੰਘਰਸ਼ ਜਿਹੜਾ ਲੜ ਰਹੇ ਹਾਂ ਤੇ ਲੜਦੇ ਰਹਾਂਗੇ। ਸੋ ਅਸੀਂ 50-55 ਸਾਲ ਇਸ ਧਰਤੀ ਦੇ ਉੱਤੇ ਪੰਜਾਬ ਦੀ ਤੇ ਰਾਜ ਕੀਤਾ। ਸਾਡਾ ਰਾਜਾ ਸੀ ਮਹਾਰਾਜਾ ਰਣਜੀਤ ਸਿੰਘ। ਸੋ ਅਸੀਂ ਇਹ ਕਿਸੇ ਕੋਲੋਂ ਖੈਰਾਤ ਵਿੱਚ ਨਹੀਂ ਮੰਗਦੇ ਜਾਂ ਕਿਸੇ ਕੋਲੋਂ ਐਵੇਂ ਨਹੀਂ ਮੰਗਦੇ ਕਿ ਸਾਨੂੰ ਰਾਜ ਚਾਹੀਦਾ। ਸਿੱਖ ਕੌਮ ਨੇ ਇਸ ਧਰਤੀ ਦੇ ਉੱਤੇ ਆਪਣਾ ਰਾਜ ਕਾਇਮ ਕੀਤਾ ਔਰ ਜੁੱਤੀ ਦੇ ਜ਼ੋਰ ਤੇ ਕੀਤਾ। ਸੋ ਇਹਨਾਂ ਦੇ ਜਿਹੜੇ ਕੋਹੇ-ਨੂਰ ਹੀਰੇ ਸੀ, ਉਹ ਜਿਹੜੇ ਮੁਗਲ ਲੈ ਗਏ ਸੀ, ਉਹ ਖੋਹ ਕੇ ਲਿਆਂਦੇ, ਉਹਨਾਂ ਨੇ ਨਜ਼ਰਾਨੇ ਵਜੋਂ ਸਿੱਖਾਂ ਦੇ ਰਾਜੇ ਨੂੰ ਭੇਟ ਕੀਤੇ। ਸੋ ਸਾਡੀ ਤਾਕਤ ਸੀ, ਉਹ ਤਾਕਤ ਦੇ ਜ਼ੋਰ ਦੇ ਉੱਤੇ ਅਸੀਂ ਦੁਨੀਆ ਨੂੰ ਲੋਹਾ ਮਨਵਾਇਆ ਤੇ ਇਸੇ ਕਰਕੇ ਹੀ ਸਾਡੇ ਨਾਲ ਉਸ ਵੇਲੇ ਦੀਆਂ ਹਕੂਮਤਾਂ ਆ ਕੇ ਸਾਡੇ ਰਾਜੇ ਨਾਲ ਸੁਲ੍ਹਾ ਸਫਾਈ ਕਰਦੀਆਂ ਰਹੀਆਂ, ਸਾਡੇ ਰਾਜੇ ਨਾਲ ਦੋਸਤੀ ਕਰਦੀਆਂ ਰਹੀਆਂ। ਉਹ ਰਾਜ ਸੀ ਸਾਡਾ ਸਿੱਖਾਂ ਦਾ। ਹੁਣ ਅਸੀਂ ਅੱਜ ਇਹ ਜੋ ਸੰਘਰਸ਼ ਕਰ ਰਹੇ ਹਾਂ, ਇਹ ਕਿਸ ਲਈ ਕਰ ਰਹੇ ਹਾਂ? ਇਸ ਲਈ ਕਰ ਰਹੇ ਹਾਂ ਕਿ ਸਾਡੇ ਨਾਲ ਜੋ ਅਨਿਆਂ ਹਿੰਦੁਸਤਾਨ ਦੀ ਧਰਤੀ ਉੱਤੇ ਹੋ ਰਿਹਾ, ਉਹ ਸਾਡੇ ਨਾਲ ਇਕੱਲਿਆਂ ਨਾਲ ਨਹੀਂ ਹੋ ਰਿਹਾ। ਅਸੀਂ ਉਹਨਾਂ ਲਈ ਵੀ ਆਵਾਜ਼ ਉਠਾਉਂਦੇ ਹਾਂ। ਜਿਵੇਂ ਪੱਤਰਕਾਰ ਭਾਈਚਾਰਾ, ਜਿਨ੍ਹਾਂ ਵਿੱਚ ਮੁਸਲਿਮ ਪੱਤਰਕਾਰ ਨੇ, ਜਿਨ੍ਹਾਂ 'ਚ ਹਿੰਦੂ ਪੱਤਰਕਾਰ ਵੀ ਨੇ, ਜਿਨ੍ਹਾਂ 'ਚ ਕਾਮਰੇਡ ਵੀ ਨੇ, ਉਹ ਜਿਹੜੇ ਵੀ ਆਜ਼ਾਦ ਖਿੱਤੇ ਦੀ ਗੱਲ ਕਰਦੇ ਜਾਂ ਹੱਕਾਂ ਦੀ ਗੱਲ ਕਰਦੇ, ਉਹਨਾਂ ਨੂੰ ਫੜ ਕੇ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ। ਸੋ ਜਿਹਨਾਂ ਨੂੰ ਆਜ਼ਾਦੀ ਮਾਣੀ ਆ ਜਿਨ੍ਹਾਂ ਨੇ, ਉਹਨਾਂ ਨੇ ਸਾਡੇ ਉੱਤੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਆ। ਸੋ ਅਸੀਂ ਜਿੰਨੇ ਵੀ ਸਿੱਖ ਵਿਦੇਸ਼ਾਂ ਵਿੱਚ ਵੱਸਦੇ ਹਾਂ, ਅੱਜ ਅਸੀਂ ਇੱਥੇ ਬਹੁਤ ਘੱਟ ਗਿਣਤੀ ਵਿੱਚ ਕਿਉਂ ਆਏ ਹਾਂ ਕਿ ਅਸੀਂ ਸੁੱਤੇ ਹੋਏ ਹਾਂ। ਸੋ ਮੈਂ ਸਾਰੇ ਵੀਰਾਂ ਨੂੰ ਕਹਿੰਦਾ ਕਿ ਕਿਸੇ ਇੱਕ ਦਾ ਕੰਮ ਨਹੀਂ ਹੈ, ਇਹ ਸਾਰਿਆਂ ਦਾ ਆ। ਸਾਰੇ ਸਿੱਖ ਕੌਮ ਜਿਵੇਂ ਰਲ ਕੇ ਚੱਲੂਗੀ। ਸੋ ਮੈਂ ਭਾਈ ਜੋਗਾ ਸਿੰਘ ਹੋਣਾ ਨੂੰ ਵੀ ਬੇਨਤੀ ਕਰਦਾ ਕਿ ਅਸੀਂ ਕਿਉਂ ਨਾ ਬੰਦੀ ਸਿੰਘਾਂ ਦੀ ਰਿਹਾਈ ਬਦਲੇ ਇੱਕ ਯੂਰਪ ਭਰ ਦੀ ਮੀਟਿੰਗ ਕਰਕੇ ਸਾਰੀਆਂ ਜਥੇਬੰਦੀਆਂ ਕੋਲੋਂ ਆਪਣਾ ਆਪਣਾ ਪ੍ਰੋਗਰਾਮ ਲੈ ਕੇ ਇੱਕ ਸਾਂਝਾ ਪ੍ਰੋਗਰਾਮ ਲਿਖੀਏ, ਤਾਂ ਕਿ ਜਿਹੜਾ ਆਉਣ ਵਾਲਾ 2023 ਸਾਲ ਆ, ਉਹਦੇ ਵਿੱਚ ਥਾਂ ਥਾਂ ਤੇ ਹਰ ਮੁਲਕ ਦੇ ਵਿੱਚ ਇੱਕ ਪ੍ਰੋਟੈਸਟ ਕਰੀਏ, ਤਾਂ ਕਿ ਅਸੀਂ ਜਿਹੜੀ ਆਪਣੀ ਆਵਾਜ਼ ਵੱਧ ਤੋਂ ਵੱਧ ਬੁਲੰਦ ਕਰ ਸਕੀਏ। ਅਸੀਂ ਆਪਣੀ ਆਜ਼ਾਦੀ ਦੀ ਆਵਾਜ਼ ਬੁਲੰਦ ਕਰ ਸਕੀਏ, ਆਪਣੇ ਹੋਰੇ ਮਨੁੱਖੀ ਅਧਿਕਾਰਾਂ ਦੀ ਆਵਾਜ਼ ਬੁਲੰਦ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਨੂੰ ਬੇਨਤੀ ਹੋਈ ਕਿ Nederlands ਦੇ ਵਿੱਚ ਦੱਸੀਏ ਤੇ nu ga ik in Nederlands vertellen. We staan vandaag hier in Genève bij Verenigde Naties op de dag van mensenrechten. Deze was op 10 december is door vele naties verdrag getekend om mensenrechten hoog te houden. Maar we zien dat in deze tijd ook nog meer aandacht nodig is dan ooit. Want in verschillende landen, zoals in India, waar de meest extreme rechtse partijen aan macht zijn en waar minderheden onderdrukt worden, die hebben aandacht nodig. Wij zien dat zoals Sikhs, die zijn 5e religie van de wereld, die hebben geen eigen land. Want toen India werd bezet door de Engelsen, daarvoor hadden Sikhs eigen land. En we hadden Maharaja Ranjit Singh, hij was koning daar van dat land. En dat hebben de Engelsen afgepakt. In 1947 hebben zij één India gemaakt, een ander deel Pakistan. Maar Sikhs en Punjab werd verdeeld tussen twee landen, India en Pakistan. En sindsdien merken wij, voelen wij, India laat ook zien dat wij een minderheid zijn. Want in hun grondwet staat dat Sikhs geen Sikhs zijn, maar dat is onderdeel zijn van Hindoe. Dat is al een grootste discriminatie wat je kunt hebben. Dat je een grootste religie niet erkent. En daarnaast hebben zij in 1984 onze Gurdwara, onze centrum van Sikhs, Shri Darbar Sahib, aangevallen. Akal Takht Sahib hebben ze aan grond gelijk gemaakt. Onder een noemen van dat ze terroristen wilden bestrijden. Maar naast Akal Takht Sahib hebben ze toen ook meer dan 52 Gurdwaras, Sikh-tempels ook vernield. En daarna
In november 1984 werd een grootste genocide op Sikhs geplaatst na 1947. Heel veel Sikhse vrouwen werden verkracht in New Delhi en andere steden, waardoor Sikhs nog maar het gevoel kregen dat ze niet welkom zijn in India. En toen Sikhs daarom hun stem voor verhieven en voor rechten, dat ze rechten wilden hebben, en toen werden ze nog meer vermoord. En wat nu gebeurd is, dat in India, in Punjab, meeste drugs wordt verkocht. Meeste Sikhs jongeren die komen om van drugs. En water waar iedereen recht op heeft, maar in Punjab mogen de boeren het rivierenwater niet gebruiken. Ze moeten grondwater gebruiken. En wat er dan gebeurd is, dat grondwater is gezakt en is vervuild, waardoor heel veel ziektes zijn. Meer helboelen Punjabis, Sikhs hebben op dit moment kanker. Zo ernstige ziektes waar ze kunnen hebben. En heel veel mensen lijden ook aan verschillende ziektes. En als wij onze stem verheffen, wat gebeurt dan? Dan word je in gevangenis gegooid. In de gevangenis, mensen zitten daar vanaf 1990 in de gevangenis. Ze hebben straf gekregen voor levenslang. In India is dat ongeveer tussen 20 en 25 jaar. Maar sommigen zitten al meer dan 30 jaar. Terwijl degene die Rajiv Gandhi, dat was de voormalige prime minister van India, die werd vermoord. En zijn moordenaar is na ook zijn gevangenisstraf vrijgelaten. Terwijl Sikhs die niet eens mensen hadden vermoord, ze waren nog maar minderjarig, die werden in de gevangenis gegooid. En zelfs die werden niet vergeven en ze zitten nog steeds in de gevangenis. Hoe meer onrecht kun je hebben? En wij hopen, zoals dat de mensenrecht voor iedereen is. En zoals Maharaja Ranjit Singh onderzoek ook heeft laten zien, dat de beste koninkrijk was onder Maharaja Ranjit Singh. Wij hopen dat mensenrechten dag niet nodig is. Dat elke dag mensenrechtendag is. Dat iedereen gelijk behandeld wordt. En niet wordt gekeken naar kleur, godsdienst, religie, ras. Of over je kleur, waar je ook vandaan komt. Dat iedereen gelijk behandeld wordt. Of het nu in India is, of in Europa is, of in Amerika, overal ter wereld. Dat is wat de Sikhs wensen. Sikh geloof staat ook voor gelijke behandeling. Mensenrechten die staan bovenop. En daarom staan wij vandaag hier in Genève om te herdenken dat onze Sikhs die in de gevangenis zitten, dat ze niet vrijgelaten worden. En wij willen justice, wij willen gerechtigheid. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਜਿਤਨੇ ਵੀ ਇੱਥੇ ਅੱਜ ਵੀਰ ਭੈਣ ਇਕੱਠੇ ਹੋਏ ਹਨ, ਸਾਰਿਆਂ ਨੂੰ ਪਤਾ ਹੈ ਕਿ ਅੱਜ ਦਾ ਸਾਡਾ ਇੱਥੇ ਇਕੱਠੇ ਹੋਣ ਦਾ ਮਕਸਦ ਕੀ ਹੈ। ਸਾਡਾ ਮਕਸਦ ਇੱਕੋ ਇੱਕ ਹੈ ਕਿ ਜਿਹੜੇ ਸਾਡੇ ਭਰਾ ਛੋਟੇ ਵੱਡੇ ਵੀਰ ਜੇਲ੍ਹਾਂ ਦੇ ਵਿੱਚ ਪਿਛਲੇ 36 ਸਾਲ ਤੋਂ ਜੋ ਆਪਣਾ ਸਮਾਂ ਬਤੀਤ ਕਰ ਰਹੇ ਹਨ, ਤੇ ਅਸੀਂ ਆਪਣੇ ਦੇਸ਼ ਨੂੰ ਛੱਡ ਕੇ ਬਾਹਰਲੀ ਧਰਤੀ 'ਤੇ ਆ ਵਸੇ ਹਾਂ। ਅਸੀਂ ਇੱਕ ਅਮੀਰਾਂ ਵਾਲੀ ਜ਼ਿੰਦਗੀ ਜੀ ਰਹੇ ਹਾਂ ਤੇ ਸਾਨੂੰ ਫਰਜ਼ ਇਹ ਬਣਦਾ ਹੈ ਕਿ ਜਿੱਥੇ ਅੱਜ ਆਪਾਂ ਯੂਨਾਈਟਿਡ ਨੇਸ਼ਨ ਦੇ ਬਾਰੇ ਮੋਹਰੇ ਇਕੱਠੇ ਹੋਏ ਹਾਂ, ਉੱਥੇ ਹਰ ਦੇਸ਼ ਦੀ ਪਾਰਲੀਮੈਂਟ ਦੇ ਮੋਹਰੇ ਉਹਨਾਂ ਦੇ ਹੱਕ ਦੇ ਵਿੱਚ ਜਾ ਕੇ ਆਵਾਜ਼ ਉਠਾਈ ਜਾਵੇ। ਕਿਉਂਕਿ ਯੂਨਾਈਟਿਡ ਨੇਸ਼ਨ ਦੇ ਮੋਹਰੇ ਇਕੱਠੇ ਹੋਣ ਦਾ ਮਕਸਦ ਕੀ ਹੈਗਾ? ਇਸ ਨੇਸ਼ਨ ਦੇ ਵਿੱਚ ਕੋਈ ਦੁਨੀਆ ਤੋਂ ਉੱਤੋਂ ਉਤਰ ਕੇ ਬੰਦੇ ਨਹੀਂ ਆਏ ਹੋਏ। ਜਿਤਨੇ ਵੀ ਇੱਥੇ ਬੰਦੇ ਬੈਠੇ ਹਨ ਉਹ ਸਾਡੇ ਆਪਣੇ ਆਪਣੇ ਦੇਸ਼ਾਂ ਦੀਆਂ ਸਰਕਾਰਾਂ ਦੇ ਨੁਮਾਇੰਦੇ ਬੈਠੇ ਹਨ। ਅਤੇ ਜਿੰਨਾ ਚਿਰ ਅਸੀਂ ਆਪਣੇ ਆਪਣੇ ਦੇਸ਼ਾਂ ਦੀਆਂ ਸਰਕਾਰਾਂ ਤੱਕ ਆਪਣੀ ਆਵਾਜ਼ ਨਹੀਂ ਉਠਾਉਂਦੇ, ਉਹਨਾਂ 'ਚ ਯੂਨਾਈਟਿਡ ਨੇਸ਼ਨ ਨੇ ਵੀ ਸਾਡੀ ਆਵਾਜ਼ ਨਹੀਂ ਸੁਣਨੀ। ਸੋ ਇਸ ਕਰਕੇ ਸਭ ਤੋਂ ਜ਼ਰੂਰੀ ਇਹ ਹੈ ਕਿ ਆਪਾਂ ਇੱਕ ਲਾਮਬੰਦੀ ਕਰੀਏ ਕਿ ਜਿਹੜੀ ਸਾਡੀ ਆਵਾਜ਼ ਵਾ ਆਪਣੀਆਂ ਆਪਣੀਆਂ ਦੇਸ਼ਾਂ ਦੇ ਆਪਣੇ ਆਪਣੇ ਪਾਰਲੀਮੈਂਟ ਮੈਂਬਰਾਂ ਤੱਕ ਪਹੁੰਚਾਈਏ। ਉਹਨਾਂ ਨੂੰ ਪਤਾ ਹੋਵੇ ਕਿ ਮਤਲਬ ਕਿ ਇਸ ਦੇਸ਼ ਦੇ ਵਾਸੀਆਂ ਨਾਲ ਪਿਛਲੇ ਲੰਬੇ ਸਮੇਂ ਤੋਂ ਕੀ ਹੋ ਰਿਹਾ ਹੈ। ਜਿਹੜੀ ਕਿ ਸ਼ੁਰੂਆਤ ਆਪਾਂ ਹਾਲੈਂਡ ਦੇ ਵਿੱਚ ਵੀ ਕੀਤੀ ਸੀ, ਉੱਥੋਂ ਦੀ ਸਰਕਾਰ ਨੂੰ ਮੈਮੋਰੰਡਮ ਦਿੱਤੇ ਗਏ। ਇਸੇ ਤਰ੍ਹਾਂ ਜਦੋਂ ਵੀ ਇੱਕ ਮੈਮੋਰੰਡਮ ਤਿਆਰ ਹੁੰਦਾ ਹੈ
ਉਹ ਵਰਲਡ ਸਿੱਖ ਪਾਰਲੀਮੈਂਟ ਦੀ ਮੈਂ ਸਾਰੀ ਅੱਜ ਸੰਸਥਾ ਵੀ ਖੜੀ ਹੈ, ਹੋਰ ਵੀ ਸੰਸਥਾਵਾਂ ਖੜੀਆਂ ਹਨ ਕਿ ਆਪਣੇ ਆਪਣੇ ਲੈਵਲ ਤੇ ਉਸੇ ਲੈਟਰ ਪੈਡ ਨੂੰ ਜ਼ਰੂਰ ਭੇਜਿਆ ਕਰੋ ਲੈਟਰ ਨੂੰ, ਤਾਂ ਕਿ ਮਤਲਬ ਜਿਹੜੇ ਨਵੇਂ ਆਉਣ ਵਾਲੇ ਜਿਹੜੇ ਉਹਨਾਂ ਦੇ ਨੁਮਾਇੰਦੇ ਹਨ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਇਹ ਜਿਤਨੇ ਵੀ ਯੂਨਾਈਟਿਡ ਨੇਸ਼ਨ ਬੰਦੇ ਬੈਠਦੇ ਹਨ ਆਣ ਕੇ, ਉਹ ਸਾਰੇ ਵੱਖ-ਵੱਖ ਦੇਸ਼ਾਂ ਦੇ ਆਣ ਕੇ ਬੈਠਦੇ ਹਨ। ਤੇ ਜਿੰਨਾ ਚਿਰ ਸਾਡੀ ਆਵਾਜ਼ ਆਪਣੇ ਦੇਸ਼ਾਂ ਵਿੱਚ ਨਹੀਂ ਹੋਏਗੀ ਤੇ ਸਾਡੀ ਇੱਥੇ ਵੀ ਆਵਾਜ਼ ਉਦੋਂ ਹੀ ਸੁਣੀ ਜਾਣੀ ਆ ਜਦੋਂ ਸਾਡਾ ਘਰ ਤਗੜਾ ਹੋਊਗਾ। ਘਰ ਤਗੜੇ ਤੋਂ ਭਾਵ ਇਹ ਹੈ ਕਿ ਪੰਜਾਬ ਦੀ ਧਰਤੀ ਤੇ ਜਿਹੜੇ ਸੰਘਰਸ਼ੀਲ ਲੋਕ ਬੈਠੇ ਸਨ, ਜਿਨ੍ਹਾਂ ਨੇ ਲੰਬਾ ਸੰਘਰਸ਼ ਲੜਿਆ ਸੀ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਘਰਾਂ ਵਿੱਚ ਬੈਠ ਗਏ ਸਨ। ਹੁਣ ਪੰਜਾਬ ਦੇ ਵਿੱਚ ਇੱਕ ਵਾਰੀ ਫੇਰ ਇੱਕ ਐਸੀ ਆਵਾਜ਼ ਉੱਠੀ ਹੈ ਜਿਸ ਆਵਾਜ਼ ਨੇ ਸਿੱਖ ਕੌਮ ਨੂੰ ਸਿੱਖੀ ਵੱਲ ਪ੍ਰੇਰਿਤ ਕੀਤਾ ਹੈ ਔਰ ਆਪਣੇ ਰਾਜ ਭਾਗ ਲਈ ਪ੍ਰੇਰਿਤ ਕੀਤਾ ਹੈ। ਇਸ ਦੇ ਨਾਲ ਹੀ ਨਾਲ ਦੁਨੀਆ ਦੇ ਵਿੱਚ ਜਿੱਥੇ ਕਿਤੇ ਵੀ ਕੋਈ ਵੀ ਸੰਸਥਾ, ਮੈਂ ਗੱਲ ਕਰੂੰਗਾ ਸਿੱਖਸ ਫॉर ਜਸਟਿਸ ਦੀ, ਜਿਨ੍ਹਾਂ ਨੇ ਕਿ ਸਾਡੀ ਲੰਬੀ ਆਵਾਜ਼ ਜਿਹੜੀ ਬੰਦ ਪਈ ਸੀ ਉਹਨੂੰ ਉਜਾਗਰ ਕੀਤਾ, ਤੇ ਉਹਦਾ ਵੀ ਸਾਨੂੰ ਸਾਥ ਦੇਣਾ ਚਾਹੀਦਾ, ਕਿਉਂਕਿ ਜਿੰਨਾ ਚਿਰ ਅਸੀਂ ਆਪਾਂ ਆਪਣੇ ਭੈਣਾਂ ਭਰਾਵਾਂ ਦਾ ਸਾਥ ਨਹੀਂ ਦਿੰਦੇ ਉਹਨੇ ਸਾਡਾ ਵੀ ਕੋਈ ਸਾਥ ਨਹੀਂ ਦੇਊਗਾ। ਤੇ ਔਰ ਪੰਜਾਬ ਦੀ ਧਰਤੀ 'ਤੇ ਵੀ ਪੰਜਾਬ ਦੇ ਲੀਡਰਾਂ ਨੂੰ ਇਹ ਲੋਕੇ ਬੈਠਣ ਦੀ ਲੋੜ ਨਹੀਂ ਹੈ, ਉਹਨਾਂ ਨੂੰ ਵੀ ਇਹ ਕਹਿਣਾ ਚਾਹੀਦਾ ਕਿ ਸਾਨੂੰ ਆਪਣਾ ਰਾਜ ਭਾਗ ਚਾਹੀਦਾ, ਚਾਹੇ ਉਹ ਰੈਫਰੈਂਡਮ ਕਰਾ ਲਓ, ਚਾਹੇ ਉਹ ਤੁਸੀਂ ਸਾਨੂੰ ਉੱਦਾਂ ਦੇ ਜਿਸ ਵੀ ਤਰੀਕੇ ਨਾਲ ਦੇ ਸਕਦੇ ਉਸ ਤਰੀਕੇ ਨਾਲ ਦਿਓ। ਜਿੰਦਾਬਾਦ ਜਿੰਦਾਬਾਦ। ਤੇ ਜਿਤਨੇ ਵੀ ਪੰਜਾਬ ਦੀਆਂ ਸਟੇਜਾਂ ਦੇ ਉੱਤੇ ਬੈਠ ਕੇ ਜਾਂ ਪੰਜਾਬ ਦੇ ਰਾਜਸੀ ਚੈਨਲਾਂ ਦੇ ਉੱਤੇ ਗੋਦੀ ਮੀਡੀਆ ਦੇ ਬੈਠ ਕੇ ਜਾ ਕੇ ਕਹਿੰਦੇ ਹਨ ਕਿ ਇਹ ਪੰਜਾਬ ਨੂੰ ਵੱਖਰਾ ਨਹੀਂ ਕੀਤਾ ਜਾ ਸਕਦਾ, ਉਹਨਾਂ ਨੂੰ ਇਹ ਯਾਦ ਕਰਵਾਉਣਾ ਜ਼ਰੂਰੀ ਹੈ ਕਿ ਪੰਜਾਬ ਇੱਕ ਵੱਖਰਾ ਰਾਜ ਸੀ ਜਿਸ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੀ ਅਸੀਂ ਉਦਾਹਰਨ ਦਿੰਦੇ ਹਾਂ। ਉਸ ਤੋਂ ਉਪਰੰਤ ਜੇ ਕੋਈ ਬੰਦਾ ਪੰਜਾਬ ਆਜ਼ਾਦ ਰਾਜ ਨਹੀਂ ਰਹਿਣਾ ਚਾਹੇਗਾ ਤੇ ਉਹ ਆਪਣਾ ਫੈਸਲਾ ਆਪ ਖੁਦ ਕਰ ਸਕਦਾ ਹੈ। ਪੰਜਾਬ ਦੇ ਵਿੱਚ ਆਜ਼ਾਦ ਤੌਰ 'ਤੇ ਖਾਲਿਸਤਾਨ ਦੇ ਰੂਪ ਦੇ ਵਿੱਚ ਹਰ ਇੱਕ ਸ਼ਹਿਰੀ ਨੂੰ ਵੱਖਰਾ ਅਧਿਕਾਰ ਨਹੀਂ ਹੋਗਾ, ਇੱਕ ਅਧਿਕਾਰ ਹੋਣਗੇ। ਇਹੀ ਸਾਡੀ ਆਪਣੀ ਤਮੰਨਾ ਵੀ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਇੱਕ ਰਾਜ ਜੋ ਮਹਾਰਾਜਾ ਰਣਜੀਤ ਸਿੰਘ ਰਾਜ ਉਹ ਵਾਪਸ ਆਵੇ। ਔਰ ਜਿਹੜੇ ਹਾਲੇ ਵੀ ਇਹ ਗੱਲ ਕਹਿ ਰਹੇ ਹਨ ਕਿ ਅਸੀਂ ਪੰਜਾਬ ਦੇ ਵਿੱਚ ਖਾਲਿਸਤਾਨ ਨਹੀਂ ਬਣ ਦੇਣਾ, ਉਹ ਫਿਰ ਆਪਣਾ ਕਿ ਉਹ ਬੰਦੋਬਸਤ ਆਪਣਾ ਵੱਖਰੇ ਹੋਰ ਕਿਸੇ ਸੂਬੇ ਵਿੱਚ ਜਾ ਕੇ ਕਰਨ, ਕਿਉਂਕਿ ਅਸੀਂ ਪੰਜਾਬ ਦੀ ਧਰਤੀ 'ਤੇ ਕੋਈ ਨਵੀਂ ਚੀਜ਼ ਨਹੀਂ ਮੰਗ ਰਹੇ। ਅਸੀਂ ਪੰਜਾਬ ਦੀ ਧਰਤੀ 'ਤੇ ਆਪਣਾ ਖੁੱਸਿਆ ਹੋਇਆ ਰਾਜ, ਜਿਹੜਾ ਰਾਜ ਸਾਨੂੰ 1947 ਦੇ ਵਿੱਚ ਭਾਰਤ ਦੇ ਨਾਲ ਮੜਤਾ ਗਿਆ ਸੀ, ਉਹ ਅਸੀਂ ਵੱਖਰਾ ਰਾਜ ਮੰਗਦੇ ਹਾਂ। ਚਾਹੇ ਉਹਨੂੰ ਖਾਲਿਸਤਾਨ ਕਹਿ ਲਓ, ਉਹਨੂੰ ਖਾਲਸਾ ਰਾਜ ਕਹਿ ਲਓ, ਉਹਨੂੰ ਸਿੱਖ ਰਾਜ ਕਹਿ ਲਓ, ਜੋ ਮਰਜ਼ੀ ਕਹਿ ਲਓ, ਲੇਕਿਨ ਇੱਕ ਆਜ਼ਾਦ ਜਿੰਨਾ ਚਿਰ ਦੇਸ਼ ਸਾਡੇ ਕੋਲ ਨਹੀਂ ਹੁੰਦਾ ਉਨਾ ਚਿਰ ਸਾਡਾ ਧਰਮ ਵੀ ਪ੍ਰਫੁੱਲਿਤ ਨਹੀਂ, ਸਾਡੀ ਕੌਮੀਅਤ ਵੀ ਪ੍ਰਫੁੱਲਿਤ ਨਹੀਂ, ਸਾਡੀ ਜੋ ਨੌਜਵਾਨੀ ਹੈ ਉਹ ਵੀ ਪ੍ਰਫੁੱਲਿਤ ਨਹੀਂ ਹੋ ਸਕਦੀ। ਸੋ ਇਸ ਕਰਕੇ ਜੇ ਸਾਡਾ ਪੰਜਾਬ ਦੀ ਧਰਤੀ 'ਤੇ ਕਿੱਲਾ ਵੱਡਾ ਹੋਵੇਗਾ ਤੇ ਫਿਰ ਹੀ ਸਾਡੀ ਜਿਹੜੀ ਬਾਂਹ ਆ ਬਾਹਰਲੇ ਦੇਸ਼ਾਂ ਦੇ ਵਿੱਚ ਔਰ ਬਾਹਰਲੇ ਸੂਬਿਆਂ ਦੇ ਵਿੱਚ ਸਰਕਾਰਾਂ ਨੇ ਸੁਣਨੀ ਹੈ। ਭੁੱਲ ਚੁੱਕ ਦੀ ਖਿਮਾ ਬੜੀਆਂ ਲੰਬੀਆਂ ਚੌੜੀਆਂ ਵਿਚਾਰਾਂ ਹੋਈਆਂ, ਸਾਰੇ ਹੀ ਵੀਰ ਜਿਤਨੇ ਵੀ ਦੂਰੋਂ ਨੇੜਿਓਂ ਚੱਲ ਕੇ ਆਏ ਆ, ਸਾਰਿਆਂ ਨੇ ਆਪਣਾ ਆਪਣਾ ਯੋਗਦਾਨ ਪਿਛਲੇ 35-36 ਸਾਲ ਤੋਂ ਲੰਬਾ ਪਾਇਆ ਹੋਇਆ। ਕਿਸੇ ਦਾ ਨਾਂ ਲੈਣ ਦੀ ਜ਼ਰੂਰਤ ਨਹੀਂ, ਕਿਉਂਕਿ ਕਈ ਵਾਰੀ ਨਾਵਾਂ ਦੇ ਵਿੱਚ ਚੱਕਰ ਪੈ ਜਾਂਦਾ ਹੈ। ਸੋ ਇਸ ਕਰਕੇ ਜਿਹੜੇ ਵੀਰ ਇੱਥੇ ਨਹੀਂ ਆਏ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਇਹ ਜੁੜੇ ਨਹੀਂ ਹਨ, ਕਿ ਉਹਨਾਂ ਦੀਆਂ ਵੀ ਆਪਣੀਆਂ ਮਜਬੂਰੀਆਂ ਹਨ, ਕਿਹਨਾਂ ਕਾਰਨਾਂ ਕਰਕੇ ਉਹ ਇੱਥੇ ਨਹੀਂ ਪਹੁੰਚ ਸਕੇ। ਸਾਡੀ ਸਭਨਾਂ ਦੀ ਇੱਕ ਜੋ ਅਰਦਾਸ ਹੈ ਉਹ ਸਾਡੇ ਬੰਦੀ ਸਿੰਘਾਂ ਦੇ ਨਾਲ ਹੈ, ਸਾਡੀ ਕੌਮੀ ਪ੍ਰਵਾਨਿਆਂ ਨਾਲ, ਜਿਨ੍ਹਾਂ ਨੇ ਕੌਮ ਦੇ ਲਈ ਆਜ਼ਾਦੀਆਂ ਪ੍ਰਾਪਤ ਕੀਤੀਆਂ ਔਰ ਸੰਘਰਸ਼ ਜਾਰੀ ਰੱਖਿਆ ਹੋਇਆ। ਜਿਸ ਵੀ ਤਰੀਕੇ ਨਾਲ ਸੰਘਰਸ਼ ਜਾਰੀ ਹੈ, ਜਿਹੜਾ ਕੌਮ ਦੀ ਆਜ਼ਾਦੀ ਲਈ ਸੰਘਰਸ਼ ਹੈ, ਸਾਨੂੰ ਸਭ ਤੋਂ ਵੱਧ ਸਾਥ ਦੇਣਾ ਚਾਹੀਦਾ ਹੈ। ਜਿੰਦਾਬਾਦ ਖਾਲਿਸਤਾਨ 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 ਖਾਲਿਸਤਾਨ। ਤਾਂ ਜਿਹੜੀ ਰਲ ਕੇ ਚੱਲਣ ਵਾਲੀ ਗੱਲ ਆ ਜਾਂ ਸਮਝੌਤਿਆਂ ਦੀ ਗੱਲ ਹੈਗੀ ਆ, ਉਹ ਜੂਨ 1984 ਤੱਕ ਸੀ। ਜੂਨ 1984 ਤੋਂ ਬਾਅਦ ਇੱਕ ਵੱਖਰਾ ਦੇਸ਼, ਵੱਖਰਾ ਆਜ਼ਾਦ ਰਾਜ ਸਾਡਾ, ਉਹੀ ਸਾਡਾ ਹੱਲ ਹੈ, ਉਸ ਤੋਂ ਬਿਨਾਂ ਕੋਈ ਹੋਰ ਹੱਲ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤੇ ਸਾਰੀ ਜਿਹੜੀ ਸੰਗਤ ਆਈ ਹੈ ਸਾਰਿਆਂ ਨੂੰ ਦਾਸ ਵੱਲੋਂ ਨਿਮਰਤਾ ਸਹਿਤ ਆਓ ਫਤਿਹ ਅਰਜ਼ ਕਰੀਏ ਗੁਰੂ ਸਾਹਿਬ ਦੀ ਭੇਜੀ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਭਾਈ ਸਾਹਿਬ ਨੇ ਬਹੁਤ ਵੱਡੀਆਂ ਗੱਲਾਂ ਕੀਤੀਆਂ, ਪਰ ਅਸਲ ਸੱਚਾਈ ਇਹ ਹੈ, ਭਾਈ ਗੁਰਚਰਨ ਸਿੰਘ ਜੀ, ਸ਼ਿੰਗਾਰਾ ਸਿੰਘ ਜੀ ਮਾਨ, ਭਾਈ ਹਰਜੀਤ ਸਿੰਘ ਜੀ, ਭਾਈ ਜੋਗਾ ਸਿੰਘ ਜੀ, ਪ੍ਰਿਤਪਾਲ ਸਿੰਘ ਜੀ, ਪ੍ਰਿਥੀਪਾਲ ਸਿੰਘ ਜੀ, ਇਹਨਾਂ ਸਾਰਿਆਂ ਨੂੰ ਦੇਖ ਕੇ ਅਸੀਂ ਨਿਆਣੇ ਆ, ਅਸੀਂ ਤੁਰੇ ਆ ਇਹਨਾਂ ਨੂੰ ਦੇਖ ਕੇ, ਕਿਉਂਕਿ ਇਹਨਾਂ ਨੇ ਆਪ ਦਾ ਪੂਰਾ ਜੀਵਨ ਇਸ ਸੰਘਰਸ਼ ਨੂੰ ਸਮਰਪਿਤ ਕੀਤਾ। ਇਹਨਾਂ ਦੇ ਇਸ ਸਮਰਪਣ ਦੇ ਕਾਰਨ ਅੱਜ ਮੇਰੇ ਵਰਗੇ ਨੌਜਵਾਨ ਜਿਹੜੇ ਨੇ ਤੁਰੇ ਨੇ। ਹੋ ਸਕਦਾ ਹੈ ਇਹ ਜਿਹੜੀਆਂ ਘਟਨਾਵਾਂ ਦੀ ਅੱਜ ਅਸੀਂ ਗੱਲਾਂ ਕਰਦੇ ਹਾਂ ਸਾਡੀ ਉਮਰ ਦੇ ਵਿੱਚ ਨਹੀਂ ਹੋਈਆਂ, ਪਰ ਇਹਨਾਂ ਨੇ ਉਹ ਬੀਜ ਸਾਡੇ ਅੰਦਰ ਬੋਇਆ ਜਿਹੜਾ ਕਿ ਆਉਣ ਵਾਲੀਆਂ ਅਗਲੀਆਂ ਪੀੜ੍ਹੀਆਂ ਵੀ 10-10 ਪੀੜ੍ਹੀਆਂ ਅਗਲੀਆਂ ਜਦ ਤੱਕ ਸਾਡਾ ਖਾਲਿਸਤਾਨ ਦੀ ਪ੍ਰਾਪਤੀ ਨਹੀਂ ਹੋ ਜਾਂਦੀ ਤਦ ਤੱਕ ਇਹ ਸੰਘਰਸ਼ ਚੱਲਦਾ ਰਹੇਗਾ।
मैं 2 ਕਮੈਂਟ ਵਾਸਤੇ ਜ਼ਰੂਰੀ ਹੈ ਕਿ ਅੱਜ ਦੱਸਣਾ ਆਪਣੀ ਸੰਗਤ ਨੂੰ ਕਿ ਅੱਜ ਅਸੀਂ ਇੱਥੇ ਕਿਉਂ ਇਕੱਤਰ ਹੋਏ ਹਾਂ, ਅੱਜ ਦਾ ਹੀ ਦਿਨ ਕਿਉਂ। 10 ਦਸੰਬਰ 1948 ਦੇ ਵਿੱਚ, ਜਿਸ ਤਰ੍ਹਾਂ ਅਸੀਂ ਪਹਿਲਾਂ ਗੱਲ ਕੀਤੀ ਸੀ ਕਿ ਇਹਨਾਂ ਨੇ ਇੱਕ ਚਾਰਟਰ ਅਡਾਪਟ ਕੀਤਾ, ਯੂਨਾਈਟਿਡ ਨੇਸ਼ਨ ਨੇ, ਜਿਹੜਾ ਚਾਰਟਰ ਅਡਾਪਟ ਕੀਤਾ ਉਹਦੇ ਵਿੱਚ ਇਹ ਲਿਖਿਆ ਕਿ ਹਿਊਮਨ ਰਾਈਟਸ ਯੂਨੀਵਰਸਲ ਨੇ ਤੇ ਅਨਡਿਵਿਜ਼ੀਬਲ ਨੇ, ਕਿ ਹਿਊਮਨ ਰਾਈਟ ਸਾਰਿਆਂ ਦੇ ਸਾਂਝੇ ਨੇ ਤੇ ਇਹ ਇੱਦਾਂ ਨਹੀਂ ਕੀਤਾ ਜਾ ਸਕਦਾ ਕਿ ਕਿਸੇ ਨੂੰ ਕਹਿ ਦਈਏ ਵੀ ਤੂੰ ਸਾਹ ਲੈ ਸਕਦਾ ਪਰ ਬੋਲ ਨਹੀਂ ਸਕਦਾ। ਇਨਡਿਵਿਜ਼ੀਬਲ ਨੇ ਵੀ ਜਾਂ ਤਾਂ ਪੂਰੇ ਮਨੁੱਖੀ ਅਧਿਕਾਰ ਦਿਓ ਤੇ ਜਾਂ ਫਿਰ ਉਹ ਨਹੀਂ ਹੁੰਦੇ। ਜੇ ਇੱਕ ਵੀ ਮਨੁੱਖੀ ਅਧਿਕਾਰ ਦੀ ਉਲੰਘਣਾ ਹੋ ਜਾਵੇ ਤੇ ਇਹਦਾ ਮਤਲਬ ਸਾਰੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਗਈ। ਜਿਸ ਤਰ੍ਹਾਂ ਇੱਕ ਸੇਇੰਗ ਹੈ, ਇਨਜਸਟਿਸ ਐਨੀਵੇਅਰ ਇਜ਼ ਥ੍ਰੈਟ ਟੂ ਜਸਟਿਸ ਐਵਰੀਵੇਅਰ, ਕਿ ਜਿੱਥੇ ਵੀ ਗਲਤ ਹੁੰਦਾ ਹੈ ਉਹ ਹਰ ਥਾਂ ਜਿਹੜਾ ਹੈ ਉੱਥੇ ਜਸਟਿਸ ਦੇ ਉਹ ਐਂਟੀ ਜਾਂਦਾ, ਅਗੇਂਸਟ ਜਾਂਦਾ। ਸੋ ਅੱਜ ਦੇ ਦਿਨ ਸਾਡੇ ਇਕੱਤਰ ਹੋਣ ਦਾ ਮਨੋਰਥ ਇਹ ਹੈ ਕਿ ਅਸੀਂ ਇੰਟਰਨੈਸ਼ਨਲ ਕਮਿਊਨਿਟੀ ਨੂੰ ਕਹੀਏ ਕਿ ਤੁਸੀਂ ਆਪਣੀ ਨੀਂਦ ਤੋਂ ਕਦੋਂ ਉੱਠਣਾ ਹੈ। ਤੁਸੀਂ ਵਪਾਰਾਂ ਕਰਕੇ, ਤੁਸੀਂ ਚੰਨ ਫਾਇਦਿਆਂ ਕਰਕੇ ਮਨੁੱਖਤਾ ਦਾ ਗਲਾ ਘੋਟ ਰਹੇ ਹੋ, ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਸਾਡਾ ਜੈਨੋਸਾਈਡ ਹੋਇਆ ਹੈ, ਸਾਡੇ ਬੰਦੀ ਸਿੰਘ ਜਿਹੜੇ ਉਹਨੂੰ ਰੀਪ੍ਰੈਜ਼ੈਂਟ ਕਰਦੇ ਨੇ ਸਾਡੀ ਸਟਰਗਲ ਨੂੰ, ਉਹਨਾਂ ਨੂੰ ਅੱਜ ਤੱਕ ਜੇਲ੍ਹਾਂ 'ਚ ਕੈਦ ਰੱਖਿਆ ਗਿਆ ਤੇ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ। ਇਹ ਹਿੰਦੁਸਤਾਨ ਲਗਾਤਾਰ ਇਹ ਕੰਮ ਕਰ ਰਿਹਾ ਹੈ ਔਰ ਉਹਨੂੰ ਅਕਾਊਂਟੇਬਲ ਨਹੀਂ ਠਹਿਰਾਇਆ ਜਾ ਰਿਹਾ ਇੰਟਰਨੈਸ਼ਨਲ ਕਮਿਊਨਿਟੀ ਵੱਲੋਂ। ਸੋ ਅੱਜ ਦਾ ਸਾਡਾ ਇਹ ਮਨੋਰਥ ਹੈ। ਅਸੀਂ ਇਹਨਾਂ ਨੂੰ ਮੈਮੋਰੈਂਡਮ ਵੀ ਜਿਹੜਾ ਉਹ ਭੇਜਿਆ ਬਾਈ ਈਮੇਲ, ਤੇ ਉਹ ਇਹਨਾਂ ਨੂੰ ਕਿਹਾ ਵੀ ਤੁਸੀਂ ਆਪਣਾ ਬਣਦਾ ਫਰਜ਼ ਨਿਭਾਓ। ਅੱਜ ਦੇ ਦਿਨ ਇਕੱਤਰ ਹੋਣ ਦਾ ਜਿਹੜਾ ਮਕਸਦ ਹੈ, ਜਿੱਥੇ ਇੰਟਰਨੈਸ਼ਨਲ ਕਮਿਊਨਿਟੀ ਨੂੰ ਅਵੇਅਰ ਕਰਨਾ, ਉੱਥੇ ਸਾਡੇ ਆਪਣੇ ਲੋਕਾਂ ਨੂੰ ਵੀ ਜਿਹੜਾ ਅਵੇਅਰ ਕਰਨਾ ਹੈ। ਅੱਜ ਸਾਡੇ ਕੋਲ ਇੱਥੇ ਕੁਰਦਿਸਤਾਨ ਦੇ ਲੋਕ, ਮੰਗੋਲੀਆ ਦੇ ਲੋਕ ਜੋ ਕਿ ਹੁਣ ਇੱਥੇ ਤੁਰੇ ਆ ਰਹੇ ਨੇ, ਉਹ ਵੀ ਚਾਹੁੰਦੇ ਨੇ ਵੀ ਉਹ ਆਪਣੀ ਸਟਰਗਲ ਦੀ ਗੱਲ ਸਾਡੀ ਸਟੇਜ ਤੋਂ ਕਰਨ ਤੇ ਸਾਡੀ ਸਟਰਗਲ ਨੂੰ ਸਪੋਰਟ ਕਰਨ। ਤੇ ਉੱਥੇ ਪਿੱਛੇ ਜਿਹੜੇ ਲੋਕ ਲਿਬੀਆ ਦੇ ਵਿੱਚ ਐਕਟਿਵਿਜ਼ਮ ਕਰ ਰਹੇ ਨੇ, ਉਹ ਵੀ ਜਿਹੜੇ ਨੇ ਉਹ ਸਾਡੇ ਨਾਲ ਮੌਜੂਦ ਨੇ। ਸੋ ਅੱਜ ਇੱਥੇ ਆਉਣ ਦਾ ਮਕਸਦ ਸਿਰਫ ਇੰਨਾ ਹੈ ਕਿ ਜਿੰਨੀਆਂ ਵੀ ਆਜ਼ਾਦੀ ਪ੍ਰਸਤ ਕੌਮਾਂ ਨੇ ਜਾਂ ਜਿਹੜੇ ਆਪਣੇ ਸੰਘਰਸ਼ ਲਈ ਲੜ ਰਹੀਆਂ ਨੇ, ਉਹਨਾਂ ਸਾਰਿਆਂ ਨੂੰ ਆਪਾਂ ਇੱਕ ਕਲਾਵੇ ਵਿੱਚ ਲੈ ਕੇ ਜਿਹੜਾ ਅੱਗੇ ਤੁਰੀਏ, ਤਾਂ ਕਿ ਜਿਹੜੀ ਸਾਡੀ ਸੋਲੀਡੈਰਿਟੀ ਹੈ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਮਜਬੂਰ ਹੋ ਕੇ ਸਾਡੀ ਗੱਲ ਸੁਣਨੀ ਪਏਗੀ। ਅੱਜ ਮੈਂ ਇੱਕ ਗੱਲ ਆਪ ਜੀ ਦੇ ਜਿਹੜੇ ਧਿਆਨ 'ਚ ਲਿਆਉਣਾ ਚਾਹੁੰਦਾ, ਉਹ ਇਹ ਹੈ ਕਿ ਜਿੱਥੇ ਸਾਡੇ ਕੋਲ ਇਹ 9 ਬੰਦੀ ਸਿੰਘ ਨੇ ਜਿਹੜੇ ਕਿ ਪਿਛਲੇ 30 ਤੋਂ 35 ਸਾਲਾਂ ਤੋਂ ਸਜ਼ਾ ਭੁਗਤ ਰਹੇ ਨੇ, ਉੱਥੇ ਅਸੀਂ ਇਸੇ ਸਥਾਨ ਤੇ 4 ਸਾਲ ਪਹਿਲਾਂ ਆਏ ਸੀ ਇੱਕ ਮੁਜ਼ਾਹਰਾ ਕਰਨ, ਜੋ ਕਿ ਅਰਵਿੰਦਰਜੀਤ ਸਿੰਘ ਤੇ ਉਹਦੇ 2 ਮਿੱਤਰਾਂ ਦੇ ਕਰਕੇ ਸੀ, ਕਿ ਜਿਨ੍ਹਾਂ ਨੂੰ ਫੜ ਲਿਆ ਗਿਆ ਕਿਸ ਅਫਜ਼ਾਨੇ 'ਚ, ਕਿ ਉਹਨਾਂ ਕੋਲ ਕਿਤਾਬਾਂ ਮਿਲੀਆਂ ਸਨ। ਤੁਸੀਂ ਇੱਕ ਗੱਲ ਸੋਚੋ, ਸਜਨ ਕੁਮਾਰ ਨੂੰ ਹਾਈ ਕੋਰਟ ਸਜ਼ਾ ਦਿੰਦੀ ਹੈ ਤੇ ਹਾਈ ਕੋਰਟ ਕਹਿੰਦਾ ਹੈ ਕਿ ਮੈਂ ਇਹਨੂੰ ਜੈਨੋਸਾਈਡ ਦੀ ਸਜ਼ਾ ਨਹੀਂ ਦੇ ਸਕਦਾ ਕਿਉਂਕਿ ਜੈਨੋਸਾਈਡ ਕ੍ਰਿਮੀਨਲਾਈਜ਼ ਨਹੀਂ ਹੈ ਇੰਡੀਆ ਦੀ ਕਨਸਟੀਟਿਊਸ਼ਨ 'ਚ। ਤੇ ਦੂਜੇ ਪਾਸੇ ਸਾਡੇ ਨੌਜਵਾਨਾਂ ਨੂੰ ਕਿਤਾਬਾਂ ਰੱਖਣ ਦੇ ਅਫਜ਼ਾਨੇ ਦੇ ਵਿੱਚ ਉਮਰ ਕੈਦ ਦਿੱਤੀ ਜਾਂਦੀ ਹੈ। ਸਵਾਲ ਮੇਰਾ ਸਿੰਪਲ ਹੈ, ਆਜ਼ਾਦੀ ਬਾਰੇ ਸੋਚਣਾ ਵੀ ਗੁਨਾਹ ਹੈ, ਆਜ਼ਾਦੀ ਦੇ ਬਾਰੇ ਸੋਚਣਾ ਵੀ ਗੁਨਾਹ ਹੈ, ਪਰ ਜੇ ਉਹ ਹਜ਼ਾਰਾਂ ਸਿੱਖਾਂ ਦਾ ਕਤਲ ਕਰ ਦੇਣ ਤੇ ਉਹ ਕੋਈ ਗੁਨਾਹ ਨਹੀਂ। ਕਿਸ ਤਰ੍ਹਾਂ ਦਾ ਹੈ ਇੰਡੀਆ ਦਾ ਸੰਵਿਧਾਨ, ਕਿਸ ਤਰ੍ਹਾਂ ਦਾ ਹੈ ਇੰਡੀਆ ਦਾ ਕਨਸਟੀਟਿਊਸ਼ਨ। ਪਰ ਹੁਣ ਅਸੀਂ ਇੰਡੀਆ ਨੂੰ ਇੱਕ ਗੱਲ ਦੱਸ ਦਈਏ, ਇੱਥੇ ਪ੍ਰੈਸ ਵੀ ਸੁਣ ਰਹੀ ਹੈ, ਜਿੰਨੇ ਵੀ ਸਾਡੇ ਟੀਵੀ ਚੈਨਲ ਨੇ ਉਹ ਸਾਰੇ ਸੁਣ ਰਹੇ ਨੇ। ਇੰਡੀਆ ਨੂੰ ਇੱਕ ਗੱਲ ਦੱਸ ਦਈਏ, ਸਮਾਂ ਉਹ ਨਹੀਂ ਰਿਹਾ, ਸਮਾਂ ਬਦਲ ਗਿਆ। ਇਸ ਬਦਲਦੇ ਸਮੇਂ ਵਿੱਚ ਇੰਟਰਨੈਸ਼ਨਲ ਲਾਜ਼ ਦਾ ਸਹਾਰਾ ਲੈਂਦੇ ਹੋਏ ਔਰ ਮਨੁੱਖੀ ਅਧਿਕਾਰਾਂ ਦੀ ਫੋਰਮਸ ਦਾ ਸਹਾਰਾ ਲੈਂਦੇ ਹੋਏ ਬਹੁਤ ਹੀ ਜਲਦੀ ਤੁਹਾਨੂੰ ਤੁਹਾਡੇ ਪਾਪਾਂ ਦਾ ਹਿਸਾਬ ਦੇਣਾ ਪਏਗਾ। ਜੇ ਮੁਲਕ ਬਣਦਾ ਹੈ ਤੇ ਇਜ਼ਰਾਈਲ ਬਣਦਾ ਹੈ ਤੇ ਨਾਜ਼ੀ ਜਰਨਲ ਜਿਹੜੇ 100 ਸਾਲਾਂ ਦੇ ਸਨ, ਉਹਨਾਂ ਨੂੰ ਵਰਲਡ ਕੋਰਟ ਵਿੱਚ ਸਜ਼ਾਵਾਂ ਦਵਾ ਕੇ ਤੇ ਜਿਹੜਾ ਫਾਹੇ ਟੰਗਿਆ ਗਿਆ ਸੀ। ਇੱਕ ਗੱਲ ਤੁਹਾਨੂੰ ਵੀ ਦੱਸ ਦਈਏ, ਕਨੈਟੀਕਟ ਦੇ ਵਿੱਚ ਤੁਹਾਡੇ ਅੰਬੈਸਡਰ ਨੇ ਇਹ ਗੱਲ ਕਹੀ। ਉੱਥੇ ਦੀ ਸੈਨੇਟਰ ਕੈਥੀ ਆਸਟਨ ਨੂੰ ਜਦੋਂ ਉਹਨੇ ਜੈਨੋਸਾਈਡ ਦਾ ਮਤਾ ਪਵਾਇਆ ਤੇ ਕੈਥੀ ਆਸਟਨ ਨੂੰ ਤੁਹਾਡਾ ਜਿਹੜਾ ਵੈ ਅੰਬੈਸਡਰ ਕਹਿੰਦਾ ਵੈ ਨਿਊਯਾਰਕ ਦਾ, ਇੰਡੀਆ ਦਾ ਅੰਬੈਸਡਰ, ਕਿ ਭਾਈ ਇਹਨਾਂ ਦੇ ਕੋਈ ਕਤਲੋ ਗਾਰਤ ਨਹੀਂ ਸੀ ਹੋਈ, ਇਹ 5-6 ਮਰੇ ਸਨ। ਇਹ ਗੱਲ ਧਿਆਨ ਨਾਲ ਸੁਣਨ ਵਾਲੀ ਹੈ। ਕਹਿੰਦੇ ਸੀ 5-6 ਮਰੇ ਸਨ। ਅਸੀਂ ਤੁਹਾਨੂੰ ਇੱਕ ਗੱਲ ਦੱਸ ਦਈਏ ਬੜੇ ਸਾਫ਼ ਸੁਥਰੇ ਤਰੀਕੇ ਨਾਲ, ਜਦੋਂ ਇਜ਼ਰਾਈਲ ਬਣਦਾ ਹੈ ਤੇ ਜਿਊਜ਼ ਦੇ ਜੈਨੋਸਾਈਡ ਦਾ ਹਿਸਾਬ ਹੁੰਦਾ ਹੈ, ਜਦੋਂ ਖਾਲਿਸਤਾਨ ਬਣੇਗਾ ਇੱਕ ਕਤਲ ਦਾ ਤੁਹਾਡੇ ਤੋਂ ਹਿਸਾਬ ਲਵਾਂਗੇ।
ਕੱਲੇ ਕੱਲੇ ਕਤਲ ਦਾ ਹਿਸਾਬ ਲਿਆ ਜਾਏਗਾ। ਜੇ ਤੁਸੀਂ ਸਾਡੀਆਂ ਕਾਲੀਆਂ ਸੂਚੀਆਂ ਬਣਾਈਆਂ ਨੇ ਤੇ ਮੈਂ ਤੁਹਾਨੂੰ ਦੱਸਦਾ ਵਰਲਡ ਸਿੱਖ ਪਾਰਲੀਮੈਂਟ ਨੇ ਤੁਹਾਡੀਆਂ ਕਾਲੀਆਂ ਸੂਚੀਆਂ ਵੀ ਬਣਾਈਆਂ ਨੇ। ਸਾਡੇ ਕੋਲ ਕੱਲੇ ਕੱਲੇ ਪੁਲਿਸ ਵਾਲੇ ਦਾ, ਕੱਲੇ ਕੱਲੇ ਬੰਦੇ ਦਾ ਜਿਨੇ ਸਾਡਾ ਜੈਨੋਸਾਈਡ ਕੀਤਾ, ਜਿਨੇ ਜੇਲ੍ਹਾਂ 'ਚ ਕੋ ਕੇ ਮਾਰਿਆ, ਜਿਨ੍ਹਾਂ ਨੇ ਝੂਠੇ ਪੁਲਿਸ ਮੁਕਾਬਲੇ ਕੀਤੇ ਨੇ, ਉਹਨਾਂ ਸਾਰਿਆਂ ਦਾ ਹਿਸਾਬ, ਉਹਨਾਂ ਸਾਰਿਆਂ ਦਾ ਕੱਚਾ ਚਿੱਠਾ ਸਾਡੇ ਕੋਲ ਵੀ ਹੈ। ਜਿਸ ਦਿਨ ਸਾਡਾ ਵਾਹ ਚਲਿਆ ਤੁਹਾਨੂੰ ਵੀ ਤੁਹਾਡੇ ਕਰਮਾਂ ਦੀ ਸਜ਼ਾ ਭੁਗਤਣੀ ਪਏਗੀ। ਔਰ ਤੁਹਾਡੀ ਸਭ ਤੋਂ ਵੱਡੀ ਸਜ਼ਾ, ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਗੱਲ ਕਹੀ ਹੈ, ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ। ਤੇ ਅੱਜ ਤੁਹਾਨੂੰ ਇਹ ਗੱਲ ਦੱਸ ਦਈਏ, ਇੱਥੇ ਇੰਟਰਨੈਸ਼ਨਲ ਸਟੇਜ ਤੇ ਖੜ ਕੇ ਗੱਲ ਕਰ ਰਹੇ ਹਾਂ ਕਿ ਤੁਹਾਡਾ ਮੁਲਕ ਟੁੱਟਣਾ ਤੈਅ ਹੈ। ਜੋ ਤੁਸੀਂ ਕਸ਼ਮੀਰ ਵਿੱਚ ਕੀਤਾ ਹੈ, ਜੋ ਤੁਸੀਂ ਪੰਜਾਬ ਵਿੱਚ ਕੀਤਾ ਹੈ, ਜੋ ਤੁਸੀਂ 7 ਸਿਸਟਰ ਸਟੇਟਸ ਵਿੱਚ ਕੀਤਾ ਹੈ, ਨਸ਼ਿਆਂ ਤੇ ਲਾ ਕੇ, ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰ ਕੇ, ਜੇਲ੍ਹਾਂ ਵਿੱਚ ਕੋ ਕੇ ਮਾਰ ਕੇ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਆਬਰੂ ਨੂੰ ਤੁਸੀਂ ਰੋਲਿਆ ਹੈ। ਤੁਹਾਨੂੰ ਤੁਹਾਡੇ ਪਾਪਾਂ ਦਾ ਹਿਸਾਬ ਇਸ ਤਰ੍ਹਾਂ ਹੀ ਮਿਲੇਗਾ ਕਿ ਤੁਹਾਡੇ ਮੁਲਕ ਦੇ ਟੋਟੇ ਟੋਟੇ ਹੋਣਗੇ, ਉਹ ਦਿਨ ਦੂਰ ਨਹੀਂ।